ਕਈਆਂ ਦੇ ਨਾ ਗੱਲ ਦੱਸਣ ਦਾ ਹੀ ਤਰੀਕਾ ਇਹੋ ਜਿਹਾ ਹੁੰਦਾ ਵਾ ਵੀ ਤੁਹਾਨੂੰ ਬੜੀ ਛੋਟੀ ਜਿਹੀ ਗੱਲ ਵੀ ਬਹੁਤ ਵੱਡੀ ਲੱਗਣ ਲੱਗ ਜਾਂਦੀ ਆ, ਸਟ੍ਰੈਸ ਜਿਹਾ ਲੱਗਣ ਲੱਗ ਜਾਂਦਾ ਆ। ਜੇ ਤੁਸੀਂ ਚਾਹੁੰਦੇ ਹੋ ਕਿ 3-4 ਸਾਲ ਬਾਅਦ ਤੁਹਾਨੂੰ ਕੁਝ ਚੰਗਾ ਵਾਪਸ ਮਿਲਣਾ ਸ਼ੁਰੂ ਹੋਵੇ ਤਾਂ ਚੰਗਾ ਸੋਚਣਾ ਤੇ ਚੰਗਾ ਕਰਨਾ ਸ਼ੁਰੂ ਕਰਨਾ ਚਾਹੀਦਾ। ਕਹਿੰਦੇ ਉਹਨੇ ਰੋਜ਼ ਆ ਕੇ ਕਹਿਣਾ ਮੇਰਾ ਆਹ ਦੁਖਦਾ, ਮੇਰਾ ਆਹ ਦੁਖਦਾ, ਮੇਰਾ ਆਹ ਦੁਖਦਾ। ਕਹਿੰਦੇ ਮੈਂ ਉਹਨੂੰ ਕਿਹਾ ਵੀ ਤੂੰ 1 ਮਹੀਨਾ ਨਾ ਇਹ ਪ੍ਰੈਕਟਿਸ ਕਰ ਵੀ ਚਾਹੇ ਤੇਰਾ ਦੁਖਦਾ ਵੀ ਆ ਤੂੰ ਕਹਿਣਾ ਨਹੀਂ ਵੀ ਮੇਰਾ ਕੁਛ ਦੁਖਦਾ ਆ। ਕਹਿੰਦੇ ਉਹ ਮਹੀਨੇ ਬਾਅਦ ਠੀਕ ਹੋ ਗਈ। ਸਾਡੀ ਲੋਕਾਂ ਦੀ ਆਦਤ ਆ ਉਹ 50 ਸਾਲ ਤੋਂ ਬਾਅਦ ਸੁਪਨੇ ਦੇਖਣੋਂ ਛੱਡ ਦਿੰਦੇ, ਉਹ ਗੂੜੇ ਰੰਗ ਹੀ ਨਹੀਂ ਪਾਉਂਦੇ। ਦੋਨੇ ਜੀ 90+ ਨੇ ਤੇ ਮੈਮ ਜਦੋਂ ਵੀ ਜਾਓ ਉਹ ਦੱਸਣਗੇ ਮੈਂ ਫਲਾਣੀ ਜਗ੍ਹਾ ਤੋਂ ਕੁਰਤੇ ਖਰੀਦੇ, ਮੈਂ ਆਹ ਜਗ੍ਹਾ ਤੋਂ ਆਹ ਖਰੀਦ ਕੇ ਲਿਆਈ। ਤੇ ਸਰ ਜਦੋਂ ਮੈਂ ਪਿਛਲੀ ਵਾਰ ਉਹਨਾਂ ਨੂੰ ਮਿਲਣ ਗਈ ਸਰ ਕਹਿੰਦੇ ਮੈਂ ਇਕੱਠੀਆਂ ਨਾ 10-11 ਸ਼ਰਟਾਂ ਲਿਆਇਆ ਆਪਦੇ ਲਈ। ਹਮੇਸ਼ਾ ਚੰਗਾ ਸੋਚੋ, ਹਮੇਸ਼ਾ ਚੜ੍ਹਦੀ ਕਲਾ ਵਾਲਾ ਸੋਚੋ ਤੇ ਹਮੇਸ਼ਾ ਜ਼ਿੰਦਗੀ 'ਚ ਸੁਪਨੇ ਦੇਖਣ ਤੋਂ ਡਰੋ ਨਾ, ਕਿਉਂਕਿ ਜੇ ਤੁਸੀਂ ਡਿਟਰਮਿਨ ਰਹਿੰਦੇ ਹੋ ਤਾਂ ਉਹ ਚੀਜ਼ਾਂ ਪੂਰੀਆਂ ਜ਼ਰੂਰ ਹੁੰਦੀਆਂ ਨੇ। ਮੈਂ ਤੁਹਾਨੂੰ ਇੱਕ ਚੀਜ਼ ਲਿਆ ਕੇ ਦੇਵਾਂ ਤੇ ਮੈਂ ਕਿਹਾ ਤੁਸੀਂ ਮੈਨੂੰ ਧੰਨਵਾਦ ਕਰੋ, ਮੇਰਾ ਦਿਲ ਕਰੂ ਮੈਂ ਦੂਜੀ ਵੀ ਲਿਆ ਕੇ ਦੇਵਾਂ। ਤੇ ਮੈਂ ਕਿਹਾ ਸੇਮ ਰੱਬ ਵੀ ਇਦਾਂ ਹੀ ਸੋਚਦਾ। ਤੇ ਮੈਂ ਕਿਹਾ ਜਿਹੜੇ ਲੈ ਕੇ ਹਜਮ ਕਰ ਲੈਂਦੇ ਨੇ ਉਹਨਾਂ ਨੂੰ ਲੱਗਦਾ ਇਹਨਾਂ ਨੂੰ ਦਿੱਤੀ ਨਾ ਦਿੱਤੀ ਇੱਕੋ ਹੀ ਬਰਾਬਰ ਆ। ਇੱਕ ਤਾਂ ਰਾਤ ਨੂੰ ਜਦੋਂ ਨੀਂਦ ਆ ਗਈ ਉਦੋਂ ਹੀ ਸੌਂ ਜਾਓ, ਤੁਹਾਡੇ ਲਈ ਜ਼ਰੂਰੀ ਨਹੀਂ ਤੁਸੀਂ ਫੋਨ ਦੇਖ ਕੇ ਸੌਣਾ ਆ। ਮੈਂ 8 ਵਜੇ ਫੋਨ ਬੰਦ ਕਰ ਦਿੰਦੀ ਹਾਂ। ਮਤਲਬ ਬਹੁਤ ਕਿਤੇ ਆ ਕਿ 8:30 ਤੋਂ ਬਾਅਦ ਸਾਡੀ ਲਾਈਟ ਜਗਦੀ ਹੋਊ। ਅੱਜ ਕੱਲ੍ਹ ਜਿਵੇਂ ਮੈਨੂੰ ਬਹੁਤ ਜਾਣੇ ਸਵਾਲ ਪੁੱਛਦੇ ਆ ਕਿ ਤੂੰ ਜ਼ਿੰਦਗੀ 'ਚ ਅੱਗੇ ਕੀ ਕਰਨਾ, ਤੇ ਮੈਂ ਹਰ ਇੱਕ ਨੂੰ ਕਹਿੰਦੀ ਮੈਂ ਕੰਡਾ ਘਾਟ ਇੱਕ ਕਰ ਲੈਣਾ। ਮੈਨੂੰ ਨਹੀਂ ਪਤਾ ਕਿ ਜ਼ਿੰਦਗੀ 'ਚ ਮੈਂ ਕਦੀ ਲਊਂਗੀ ਵੀ ਜਾਂ ਨਹੀਂ, ਹੈ ਨਾ, ਪਰ ਉਹ ਇੰਨਾ ਚੰਗਾ ਸੁਪਨਾ ਹੈ ਕਿ ਮੈਨੂੰ ਲੱਗਦਾ ਹੁੰਦਾ ਕਿ ਉਹਦੇ ਲਈ ਤੁਸੀਂ ਕੰਮ ਕਰੋ, ਹੈ ਨਾ। ਕਿਸੇ ਦਾ ਆਪਾਂ ਜ਼ਿੰਦਗੀ 'ਚ ਕੁਛ ਸਵਾਰ ਸਕਦੇ ਹਾਂ ਨਹੀਂ ਸਕਦੇ, ਹੈ ਨਾ, ਇਹ ਇੱਕ ਪਾਸੇ ਦੀ ਗੱਲ ਆ। ਪਰ ਤੁਸੀਂ ਜ਼ਿੰਦਗੀ 'ਚ ਕਿਸੇ ਨੂੰ ਚੰਗਾ ਮਹਿਸੂਸ ਕਰਾ ਦਿਓ ਜਾਂ ਕਿਸੇ ਨੂੰ ਤੁਹਾਡੇ ਨਾਲ ਬਹਿ ਕੇ ਚੰਗਾ ਮਹਿਸੂਸ ਹੋ ਜਾਵੇ ਨਾ, ਤੇ ਬਹੁਤ ਵੱਡੀ ਗੱਲ ਹੁੰਦੀ ਆ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ 'ਚੋਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ 'ਚ ਜਾਂਦੀਆਂ ਨੇ। ਨਹੀਂ ਫਿਰ ਅਸੀਂ ਢਹਿੰਦੀ ਕਲਾ ਜੀ, ਇਹ ਸਾਰੇ ਬੁੱਢੇ ਮੁਰਝਾਏ ਸਰੀਰ ਅਸੀਂ ਸਭ ਕੁਝ ਅੱਗੇ ਵੰਡ ਜਾਵਾਂਗੇ। ਚਿਹਰਾ ਵੀ ਉਦੋਂ ਹੀ ਖਿੜਦਾ ਜਦੋਂ ਤੁਹਾਡਾ ਮਨ ਖਿੜਿਆ ਹੋਇਆ। ਸਹੀ ਗੱਲ ਹੈ ਨਾ, ਤੇ ਤੁਹਾਡਾ ਚਿਹਰਾ ਖਿੜਿਆ ਹੋਇਆ ਦੇਖਣਾ ਸਾਰਿਆਂ ਨੂੰ ਚੰਗਾ ਲੱਗਦਾ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਗੱਲ ਤੇ ਗੱਲ 'ਚ ਆਇਆ ਕਹਿੰਦੀ ਹਾਂ। ਅੱਜ ਦਾ ਸਾਡਾ ਵਿਸ਼ਾ ਇਹ ਕਿ ਕਈ ਵਾਰੀ ਆਪਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੇ ਹੋਏ ਵੀ ਵੈਸੇ ਹੀ ਉਦਾਸ 'ਚ ਰਹਿਣ ਲੱਗ ਜਾਂਦੇ ਹਾਂ, ਜਾਂ ਆਪਾਂ ਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ 'ਚ ਕੁਛ ਵੀ ਨਵਾਂ ਨਹੀਂ ਵਾਪਰ ਰਿਹਾ। ਪਰ ਜਿਵੇਂ ਆਪਾਂ ਕਈ ਵਾਰੀ ਕਰਦੇ ਹੁੰਦੇ ਹਾਂ ਕਿ ਘਰ 'ਚ ਨਾ ਛੋਟੀ ਜਿਹੀ ਵੀ ਚੀਜ਼ ਨੂੰ ਇੱਧਰੋਂ ਚੁੱਕ ਕੇ ਇੱਧਰ ਕਰ ਦਈਏ ਤਾਂ ਘਰ 'ਚ ਨਵਾਂਪਣ ਲੱਗਣ ਲੱਗ ਜਾਂਦਾ। ਬਿਲਕੁਲ ਉਸੇ ਤਰ੍ਹਾਂ ਮਨ 'ਚ ਵੀ ਬਸ ਥੋੜ੍ਹਾ ਜਿਹਾ ਕੁਝ ਇੱਧਰੋਂ ਚੁੱਕ ਕੇ ਉੱਧਰ ਕਰਨਾ ਹੁੰਦਾ ਅਤੇ ਫਿਰ ਤੁਹਾਨੂੰ ਜ਼ਿੰਦਗੀ ਨਵੀਂ ਜਿਹੀ ਲੱਗਣ ਲੱਗ ਜਾਂਦੀ ਆ। ਇਸ ਵਿਸ਼ੇ ਨੂੰ ਤੁਸੀਂ ਚੜ੍ਹਦੀ ਕਲਾ ਨਾਲ ਵੀ ਜੋੜ ਸਕਦੇ ਹੋ, ਜਾਂ ਜ਼ਿੰਦਗੀ ਨੂੰ ਕਿਵੇਂ ਸੋਹਣੀ ਬਣਾਇਆ ਜਾ ਸਕਦਾ ਇਸ ਚੀਜ਼ ਨਾਲ ਵੀ ਜੋੜ ਸਕਦੇ ਹੋ। ਅਤੇ ਇਹਦੇ 'ਤੇ ਗੱਲਬਾਤ ਕਰਨ ਲਈ ਮੇਰੇ ਨਾਲ ਗੁਰਦੀਪ ਹੋਣਗੇ, ਉਹਨਾਂ ਨੂੰ ਆਪਾਂ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਦੀਪ। ਸਤਿ ਸ਼੍ਰੀ ਅਕਾਲ ਭੈਣੇ, ਕਿੱਦਾਂ? ਵਧੀਆ, ਠੀਕ ਠਾਕ। ਮੈਨੂੰ ਨਾ ਤੁਸੀਂ ਜਦੋਂ ਪ੍ਰੋਗਰਾਮ ਸ਼ੁਰੂ ਕਰ ਰਹੇ ਸੀਗੇ ਇੱਕ ਗੱਲ ਦਿਮਾਗ 'ਚ ਆ ਰਹੀ ਸੀ। ਮੈਂ ਕਿਹਾ ਅੱਗੇ ਆਪਾਂ ਕਹਿੰਦੇ ਹੁੰਦੇ ਸੀ ਇਹਦਾ ਹਾਸਾ ਤਾਂ ਉੱਤੇ ਹੀ ਧਰਿਆ ਪਿਆ, ਹੈ ਨਾ, ਅਤੇ ਹੁਣ ਆਪਾਂ ਕਹਿੰਦੇ ਮੇਰਾ ਤਾਂ ਰੋਣਾ ਉੱਤੇ ਹੀ ਧਰਿਆ ਪਿਆ। ਸਹੀ ਗੱਲ ਹੈ ਨਾ। 10-15 ਸਾਲਾਂ 'ਚ ਹੀ ਬੰਦਾ ਕਿੰਨਾ ਬਦਲ ਜਾਂਦਾ ਹੈ। ਫੋਨ 'ਤੇ ਵੀ ਤੁਸੀਂ ਕਿਸੇ ਨਾਲ ਗੱਲ ਸ਼ੁਰੂ ਕਰਦੇ ਹੋ ਨਾ, 2-4 ਗੱਲਾਂ ਚੰਗੀਆਂ ਹੋਣ ਤੋਂ ਬਾਅਦ ਹਰ ਬੰਦਾ ਦੁੱਖ ਹੀ ਸੁਣਾਉਣ ਲੱਗ ਜਾਂਦਾ ਹੈ ਨਾ। ਫਿਰ ਉਹ ਕੋਈ ਆਪਣੀ ਸਿਹਤ ਦੀ ਗੱਲ ਕਰਨ ਲੱਗ ਜੂ, ਕੋਈ ਲੱਗਣ ਲੱਗ ਜੂ ਕਿਸੇ ਨੂੰ ਮੈਨੂੰ ਆਹ ਸਮੱਸਿਆ, ਮੈਨੂੰ ਆਹ। ਵੈਸੇ ਤੁਹਾਨੂੰ ਕਿਵੇਂ ਲੱਗਦਾ ਹੁੰਦਾ, ਤੁਸੀਂ ਅੱਜ ਕੱਲ੍ਹ ਕਿਵੇਂ ਦੇ ਲੋਕਾਂ ਨੂੰ ਮਿਲ ਰਹੇ ਹੋ? ਮੈਂ ਕਿਉਂਕਿ ਮੈਨੂੰ ਥੋੜ੍ਹਾ ਜ਼ਿਆਦਾ ਪੋਜ਼ੀਟਿਵ ਰਹਿਣਾ ਚੰਗਾ ਲੱਗਦਾ। ਮੈਨੂੰ ਇਹ ਵੀ ਜੇ ਤੁਸੀਂ ਕੋਈ ਦੁੱਖ ਦੀ ਜਾਂ ਨੈਗੇਟਿਵ ਕੋਈ ਗੱਲ ਕਰਨੀ ਵੀ ਹੈ ਤਾਂ ਉਹਦੇ ਦੱਸਣ ਦਾ ਤਰੀਕਾ ਇਹ ਨਹੀਂ ਹੋਣਾ ਚਾਹੀਦਾ ਵੀ ਸੁਣਨ ਤੋਂ ਪਹਿਲਾਂ ਹੀ ਬੰਦਾ ਡਿਪਰੈਸ਼ਨ 'ਚ ਚਲ ਜਾਵੇ, ਹੈ ਨਾ। ਕਈ ਲੋਕਾਂ ਦੀ ਜਿਵੇਂ ਕਈ ਲੋਕ ਨਾ ਬਹੁਤ ਵੱਡੀ ਟ੍ਰੈਜਡੀ ਦੀ ਖਬਰ ਵੀ ਜਾਂ ਉੱਦਾਂ ਵੀ ਸਿੰਪਲ ਬਹੁਤ ਲੋਕਾਂ ਦੀ ਤਾਂ ਆਦਤ ਹੁੰਦੀ ਆ ਵੀ ਉਹ ਨੈਗੇਟਿਵ ਗੱਲ ਘੱਟ ਅੱਗੇ ਸਪਰੈਡ ਕਰਦੇ ਨੇਗੇ। ਜੇ ਪਤਾ ਲੱਗ ਗਈ ਤਾਂ ਉਹਨਾਂ ਨੇ ਆਪਣੇ ਤੱਕ ਰੱਖਣਾ। ਕਈ ਲੋਕਾਂ ਦੀ ਆਦਤ ਹੁੰਦੀ ਆ ਵੀ ਜੇ ਮੈਨੂੰ ਪਤਾ ਵਾ ਤਾਂ ਮੈਂ ਤੈਨੂੰ ਵੀ ਦੱਸੂਗੀ, ਗਾਹਾਂ ਉਹ 10 ਬੰਦਿਆਂ ਨੂੰ ਹੋਰ ਦੱਸੂਗੀ। ਜੇ ਕਈ ਲੋਕੀ ਜਿਨ੍ਹਾਂ ਨੂੰ ਲੱਗਦਾ ਹੁੰਦਾ ਵੀ ਇਹ ਗੱਲ ਸਾਂਝੀ ਕਰਨੀ ਜ਼ਰੂਰੀ ਆ ਉਹਨਾਂ ਦੇ, ਪਰ ਦੱਸਣ ਦਾ ਤਰੀਕਾ ਇਹ ਹੁੰਦਾ ਵੀ ਬੰਦੇ ਨੇ ਕਈ ਵਾਰੀ ਬਹੁਤ ਵੱਡੀ ਦੁੱਖ ਦੀ ਜਾਂ ਬਹੁਤ ਵੱਡੀ ਗਮ ਦੀ ਜਾਂ ਕਹਿ ਲਓ ਕੋਈ ਟ੍ਰੈਜਡੀ ਦੀ ਖਬਰ ਜਾਂ ਕਿਸੇ ਨਾਲ ਕੁਛ ਹੋਇਆ, ਹੈ ਨਾ, ਤਾਂ ਉਹ ਸੁਣ ਕੇ ਐਡੀ ਵੱਡੀ ਨਹੀਂ ਲੱਗਦੀ ਹੁੰਦੀ ਕਿਉਂਕਿ ਉਹਨਾਂ ਦੇ ਦੱਸਣ ਦਾ ਤਰੀਕਾ ਇੰਨਾ ਸਹਿਜ ਕਹਿ ਲਓ ਜਾਂ ਇੰਨਾ ਨੋਰਮਲ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ। ਪਰ ਕਈਆਂ ਦੇ ਨਾ ਗੱਲ ਦੱਸਣ ਦਾ ਹੀ ਤਰੀਕਾ ਇਹੋ ਜਿਹਾ ਹੁੰਦਾ ਵਾ ਵੀ ਤੁਹਾਨੂੰ ਬੜੀ ਛੋਟੀ ਜਿਹੀ ਗੱਲ ਵੀ ਬਹੁਤ ਵੱਡੀ ਲੱਗਣ ਲੱਗ ਜਾਂਦੀ ਆ, ਸਟ੍ਰੈਸ ਜਿਹਾ ਲੱਗਣ ਲੱਗ ਜਾਂਦਾ ਆ। ਫੀਲ ਹੋਣ ਨਾਲੋਂ ਵੀ ਹਾਂ ਵਾਕਈ ਮਾੜਾ ਹੋਇਆ, ਫੀਲ ਹੋਣ ਨਾਲੋਂ ਤੁਹਾਨੂੰ ਉਹ ਚੀਜ਼ ਡਿਪਰੈਸ ਕਰਨ ਲੱਗ ਜਾਂਦੀ ਆ। ਉਹ ਨਹੀਂ ਮੈਨੂੰ ਲੱਗਦਾ ਹੋਣਾ ਚਾਹੀਦਾ। ਇੱਕ ਤਾਂ ਮੈਨੂੰ ਲੱਗਦਾ
ਜਿਵੇਂ ਤੁਸੀਂ ਕਿਹਾ ਨਾ ਵੀ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਆਪਾਂ ਜ਼ਿਆਦਾ ਨੈਗੇਟਿਵ ਚੀਜ਼ਾਂ ਜ਼ਿਆਦਾ ਗੱਲ ਕਰਦੇ ਆਂ ਜੋਦਾ। ਇੱਕ ਦਿਨ ਮਨਵੀਰ ਤੇ ਹਰਸੀ ਬੈਠੀਆਂ ਸੀਗੀਆਂ, ਉਹ ਕਹਿੰਦੀਆਂ ਭੈਣੇ ਆਪਾਂ ਜਦੋਂ ਬਹਿਨੀ ਆ ਆਪਾਂ ਹਮੇਸ਼ਾ ਫਿਕਰਾਂ ਹੀ ਕਾਤੇ ਕਰਦੇ ਹਾਂ, ਜਦ ਕਿ ਆਪਣੀ ਉਮਰ ਹਾਲੇ ਫਿਕਰਾਂ ਵਾਲੀ ਨਹੀਂ ਹੈ, ਉਮਰ ਹੈ ਨਹੀਂ ਗੀ। ਤੇ ਕਹਿੰਦੀ ਆਪਾਂ ਨੂੰ ਐਂ ਲੱਗਦਾ ਵਾ ਵੀ ਦੁਨੀਆ ਸ਼ਾਇਦ ਆਪਣੇ ਗੱਲ ਕਰਨ ਦੇ ਨਾਲ ਹੀ ਠੀਕ ਹੋ ਜੂਗੀ, ਇੱਦਾਂ ਹੋਣਾ ਨਹੀਂ ਚਾਹੀਦਾ। ਤੇ ਜਦੋਂ ਤੁਸੀਂ ਜਿੰਨਾ ਜ਼ਿਆਦਾ ਨੈਗੇਟਿਵ ਸੋਚਦੇ ਹੋ ਜਾਂ ਜਿੰਨਾ ਨੈਗੇਟਿਵਿਟੀ ਬਾਰੇ ਗੱਲ ਕਰਦੇ ਹੋ, ਉਹਨਾਂ ਤੁਹਾਨੂੰ ਲੱਗਦਾ ਹੈ ਕਿ ਸਭ ਕੁਝ ਖਰਾਬ ਚੱਲ ਰਿਹਾ ਵਾ, ਹਨਾ। ਅੱਗੇ ਨਾ ਮੈਂ ਵੀ ਇਸ ਚੀਜ਼ 'ਚ ਭਰੋਸਾ ਨਹੀਂ ਸੀ ਕਰਦੀ ਹੁੰਦੀ। ਆਪਾਂ ਨੂੰ ਕਈ ਬਹੁਤ ਮਤਲਬ ਚੰਗੇ ਲੋਕ ਜਿਵੇਂ ਆਪਾਂ ਮਿਲਦੇ ਆ ਨਾ, ਜਿਨ੍ਹਾਂ ਨੂੰ ਜਾ ਕੇ ਉਹ ਕਹਿੰਦੇ ਹੁੰਦੇ ਸੀ ਵੀ ਜੋ ਤੁਸੀਂ ਸੋਚਣਾ ਸ਼ੁਰੂ ਕਰ ਦਿੰਦੇ ਹੋ ਉਹ 3-4 ਸਾਲ ਤੱਕ ਤੁਹਾਨੂੰ ਮਿਲਣਾ ਸ਼ੁਰੂ ਹੋ ਜਾਂਦਾ ਹੈ ਨਾ। ਤੇ ਮੈਨੂੰ ਇਹ ਚੀਜ਼ ਤੇ ਭਰੋਸਾ ਨਹੀਂ ਸੀ ਹੁੰਦਾ। ਮੈਨੂੰ ਲੱਗਦਾ ਹੁੰਦਾ ਸੀ ਵੀ ਚਲੋ ਅਬ ਤਾਂ ਆਪਾਂ ਸਾਰੇ ਮੰਨਦੇ ਆ ਵੀ ਕੁਦਰਤ ਜੋ ਲਿਖ ਦਿੰਦੀ ਆ ਉਹੀ ਹੁੰਦਾ, ਪਰ ਹੁਣ ਭਰੋਸਾ ਹੋਣ ਲੱਗ ਗਿਆ ਸੱਚੀ। ਮੈਨੂੰ ਲੱਗਦਾ ਕਿ ਇਸ ਲਈ ਜੇ ਤੁਸੀਂ ਚਾਹੁੰਦੇ ਹੋ ਕਿ 3-4 ਸਾਲ ਬਾਅਦ ਤੁਹਾਨੂੰ ਕੁਝ ਚੰਗਾ ਵਾਪਸ ਮਿਲਣਾ ਸ਼ੁਰੂ ਹੋਵੇ ਤਾਂ ਚੰਗਾ ਸੋਚਣਾ ਤੇ ਚੰਗਾ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਨਾ। ਆਪਣੇ ਨਾ ਪੰਜਾਬੀ ਯੂਨੀਵਰਸਿਟੀ 'ਚ ਹੁਣ ਤਾਂ ਸਰ ਰਿਟਾਇਰ ਹੋ ਗਏ ਨੇਗੇ, ਜਰਨਲਿਜ਼ਮ ਡਿਪਾਰਟਮੈਂਟ ਤੇ IAS ਕੋਚਿੰਗ ਸੈਂਟਰ ਦੇ ਹੈੱਡ ਸੀਗੇ ਉਹ, ਡਾਕਟਰ ਹਰਜਿੰਦਰ ਸਿੰਘ ਵਾਲੀਆ। ਤਾਂ ਉਹ ਨਾ ਜਦੋਂ ਸਾਡੇ ਉੱਥੇ ਅਸੀਂ ਸਟੂਡੈਂਟ ਸੀਗੇ, ਸਰ ਨੇ ਲੈਕਚਰ ਕਰਨ ਆਉਣਾ, ਤਾਂ ਉਹ ਇੱਕ ਗੱਲ ਬੜੀ ਸੁਣਾਉਂਦੇ ਹੁੰਦੇ ਸੀਗੇ ਤੇ ਸ਼ਾਇਦ ਹੁਣ ਵੀ ਕਿਤੇ ਨਾ ਕਿਤੇ ਉਹ ਆਪਣੇ ਲੈਕਚਰ 'ਚ ਜ਼ਰੂਰ ਦੱਸਦੇ ਹੋਣਗੇ ਕਿ ਪੋਜ਼ਿਟਿਵ, ਜਿਵੇਂ ਤੁਸੀਂ ਕਿਹਾ ਵੀ ਜੋ ਤੁਸੀਂ ਸੋਚਦੇ ਹੋ ਤੁਹਾਡੇ ਨਾਲ ਵਾਪਰਨ ਲੱਗ ਜਾਂਦਾ ਹੈ ਨਾ। ਉਹ ਕਹਿੰਦੇ ਵੀ ਮੇਰੀ ਇੱਕ ਸਟੂਡੈਂਟ ਹੁੰਦੀ ਸੀ, ਵੀ ਸਟੂਡੈਂਟ ਜਾਂ ਉਹਨਾਂ ਦੇ ਨਾਲ ਕੋਈ ਉਹਨਾਂ ਦੀ ਕੁਲੀਗ ਸੀਗੀ, ਕੁਛ ਐਵੇਂ ਪਤਾ ਨਹੀਂ ਉਹਨਾਂ ਦੀ ਦੋਸਤ ਸੀਗੀ ਕੋਈ। ਕਹਿੰਦੇ ਉਹਨੇ ਰੋਜ਼ ਆ ਕੇ ਕਹਿਣਾ ਮੇਰਾ ਆਹ ਦੁਖਦਾ, ਮੇਰਾ ਆਹ ਦੁਖਦਾ, ਮੇਰਾ ਆਹ ਦੁਖਦਾ। ਕਹਿੰਦੇ ਮੈਂ ਉਹਨੂੰ ਕਿਹਾ ਵੀ ਤੂੰ 1 ਮਹੀਨਾ ਨਾ ਇਹ ਪ੍ਰੈਕਟਿਸ ਕਰ ਵੀ ਚਾਹੇ ਤੇਰਾ ਦੁਖਦਾ ਵੀ ਆ ਤੂੰ ਕਹਿਣਾ ਨਹੀਂ ਵੀ ਮੇਰਾ ਕੁਛ ਦੁਖਦਾ ਆ। ਕਹਿੰਦੇ ਉਹ ਮਹੀਨੇ ਬਾਅਦ ਠੀਕ ਹੋ ਗਈ। ਸਹੀ ਗੱਲ ਹੈ, ਇਹ ਕਿਸੇ ਹੋਰ ਨੇ ਵੀ ਕਿਹਾ ਸੀਗਾ। ਇਹ ਮੈਂ ਨਾ ਆਪਣੀ ਲਾਈਫ 'ਚ ਵੀ ਐਕਸਪੀਰੀਅੰਸ ਕਰਦੀ ਹਾਂ, ਐਕਸਪੈਰੀਮੈਂਟ ਕਰਦੀ ਹੁੰਦੀ ਹਾਂ। ਮੰਨ ਲਓ ਕਿ 3-4 ਦਿਨਾਂ ਤੋਂ ਤੁਹਾਡਾ ਢਿੱਡ ਅਪਸੈਟ ਚੱਲ ਰਿਹਾ ਜਾਂ ਤੁਹਾਡਾ ਮਾੜਾ ਮੋਟਾ ਕੁਛ ਦੁਖ ਰਿਹਾ, ਹਾਂ ਪਹਿਲਾਂ ਤੁਸੀਂ ਉਹਨੂੰ ਕਿਉਰ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ। ਕਈ ਵਾਰੀ ਇਹ ਹੁੰਦਾ ਹੈ ਕਿ ਡਾਕਟਰ ਕਹਿੰਦਾ ਕੁਛ ਹੈ ਵੀ ਨਹੀਂ ਆ, ਤੁਸੀਂ ਦਵਾਈ ਵੀ ਲੈ ਰਹੇ ਹੋ, ਠੀਕ ਵੀ ਨਹੀਂ ਹੋ ਰਹੇ ਹੈਗੇ। ਫਿਰ ਮੈਂ ਪਤਾ ਉਸ ਚੀਜ਼ ਬਾਰੇ ਬਿਲਕੁਲ ਹੀ ਸੋਚਣਾ ਛੱਡ ਦਿੰਦੀ ਹਾਂ। ਮੈਨੂੰ ਆਉਂਦਾ ਯਾਰ ਜਦੋਂ ਹੁਣ ਡਾਕਟਰ ਨੇ ਕਹਿਤਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ, ਦਵਾਈ ਲੈ ਰਹੇ ਆ, ਠੀਕ ਹੋ ਨਹੀਂ ਰਿਹਾ, ਫਿਰ ਇਹਦੇ ਬਾਰੇ ਸੋਚਣ ਛੱਡ ਦੋ। ਤੇ ਕਈ ਵਾਰ ਫਿਰ ਮੈਨੂੰ ਨਾ ਕਈ ਦਿਨਾਂ ਬਾਅਦ ਯਾਦ ਆਊਗੀ ਮੇਰੀ ਆਹ ਚੀਜ਼ ਦੁਖਦੀ ਸੀ ਹਨਾ। ਇਹ ਪਰ ਤੁਹਾਡਾ ਸੋਚਣਾ, ਮੈਂ ਕਹਿੰਦੀ ਇਹ ਬਹੁਤ ਵੱਡੀ ਗੱਲ ਆ ਵੀ ਤੁਸੀਂ ਸੋਚ ਕਿਵੇਂ ਦਾ ਰਹੇ ਹੋ, ਕੀ ਸੋਚਦੇ ਹੋ। ਸਹੀ, ਜਿਵੇਂ ਕਈ ਵਾਰੀ ਆਪਾਂ ਕਿਸੇ ਨੂੰ ਸੁਣਦੇ ਆ ਵੀ ਉਹਦੀ ਯਾਰ ਜ਼ਿੰਦਗੀ, ਆਪਾਂ ਕਹਿੰਦੇ ਯਾਰ ਉਹ ਸੋਚਦਾ ਵੀ ਬਹੁਤ ਜ਼ਿਆਦਾ ਨੈਗੇਟਿਵ ਆ, ਹਨਾ। ਇਹਦਾ ਮਤਲਬ ਤਾਂ ਇਹੀ ਆ ਵੀ ਜੋ ਤੁਸੀਂ ਸੋਚਦੇ ਹੋ ਤੁਸੀਂ ਉਹੀ ਬਣ ਜਾਂਦੇ ਹੋ ਤੇ ਤੁਹਾਡੇ ਆਲੇ ਦੁਆਲੇ ਦਾ ਮਾਹੌਲ ਵੀ ਉਵੇਂ ਦਾ ਹੀ ਬਣ ਜਾਂਦਾ ਆ। ਤੁਸੀਂ ਜਿਵੇਂ ਗੁਰਦੀਪ ਕਿਹਾ ਕਿ ਵੀ ਉਹਨਾਂ ਨੇ ਇੱਕ ਗੱਲ ਸੁਣਾਈ ਹੈ ਨਾ, ਆਪਾਂ ਨੂੰ ਕਿਸੇ ਨੇ ਦੱਸਿਆ ਸੀ, ਉਹ ਕਹਿੰਦੇ ਵੀ ਜੇ ਤੁਸੀਂ ਸਵੇਰੇ ਉੱਠ ਕੇ ਇਹ ਸੋਚੋ ਨਾ ਕਿ ਅੱਜ ਦਿਨ ਬਹੁਤ ਸੋਹਣਾ, ਮੈਂ ਬੜਾ ਕੰਮ ਕਰਨਾ, ਕਹਿੰਦੇ ਤੁਹਾਡੇ ਸਰੀਰ 'ਚ ਆਪਣੇ ਆਪ ਹੀ એનર્ਜੀ ਆਉਣ ਲੱਗ ਜਾਂਦੀ ਹੈ, ਤੁਹਾਨੂੰ ਦਿਨ ਸੋਹਣਾ ਲੱਗਣ ਲੱਗ ਜੂ ਨਾ। ਤੇ ਜੇ ਕਹਿੰਦੇ ਤੁਸੀਂ ਸਵੇਰੇ ਉੱਠ ਕੇ ਇਹ ਵੀ ਕਹਿਣਾ ਸ਼ੁਰੂ ਕਰ ਲਓ ਨਾ ਵੀ ਅੱਜ ਤਾਂ ਮੇਰਾ ਸਿਰ ਜਿਹਾ ਪੀੜ ਕਰ ਰਿਹਾ, ਅੱਜ ਮੈਨੂੰ ਸਰੀਰ ਵੀ ਨਹੀਂ ਠੀਕ ਲੱਗ ਰਿਹਾ, ਕਹਿੰਦੇ ਮਤਲਬ ਉਸ ਵਕਤ ਚਾਹੇ ਕਰ ਰਿਹਾ ਚਾਹੇ ਨਹੀਂ, ਤੁਸੀਂ 4-5 ਵਾਰ ਉਹ ਚੀਜ਼ ਨੂੰ ਰਿਪੀਟ ਕਰੋਗੇ, ਦੁਪਹਿਰ ਤੱਕ ਤੁਹਾਡਾ ਸਿਰ ਦੁਖਣ ਲੱਗ ਜੂਗਾ, ਸੱਚੀ ਦੁਖਣ ਲੱਗ ਜੂਗਾ। ਕਿਉਂਕਿ ਲਾਅ ਆਫ ਅਟਰੈਕਸ਼ਨ ਉਹ ਸਾਨੂੰ ਸਮਝਾਉਂਦੇ ਹੁੰਦੇ ਸੀਗੇ ਵੀ ਲਾਅ ਆਫ ਅਟਰੈਕਸ਼ਨ ਕੀ ਹੁੰਦੀ ਆ। ਕੁਦਰਤ ਨੂੰ ਨਹੀਂ ਪਤਾ ਵੀ ਇਹ ਚੰਗੀ ਚੀਜ਼ ਆ ਜਾਂ ਮਾੜੀ ਚੀਜ਼ ਆ। ਉਹ ਕਹਿੰਦੇ ਜੋ ਤੁਸੀਂ ਕਹਤੇ ਉਹਨੇ ਪੂਰੀ ਕਰ ਦੇਣੀ ਹੈ, ਜੋ ਤੁਸੀਂ ਸੋਚ ਲਿਆ ਉਹ ਵੀ ਪੂਰਾ ਹੋ ਹੀ ਜਾਣਾ ਹੈ। ਆਪਾਂ ਕਹਿੰਦੇ ਨਹੀਂ ਹੁੰਦੇ ਕਿ ਵੀ ਹਮੇਸ਼ਾ ਸੋਚੋ ਚੰਗਾ, ਜਾਂ ਆਪਾਂ ਕਹਿੰਦੇ ਕਿ ਸੁਪਨੇ ਆਪਾਂ ਨੂੰ ਦੇਖਣੇ ਚਾਹੀਦੇ ਨੇਗੇ, ਹੈ ਨਾ। ਦੇਖ ਕੇ ਇਹ ਨਹੀਂ ਵੀ ਬਸ ਸੋਚ ਲਿਆ ਵੀ ਮੈਂ ਆਹ ਜ਼ਿੰਦਗੀ 'ਚ ਬਣਨਾ ਚਾਹੁੰਦਾ ਵੀ ਸੋਚ ਕੇ ਬਹਿ ਜਾਓ ਤੁਸੀਂ ਬਣ ਜਾਓਗੇ, ਨਹੀਂ ਇੱਦਾਂ ਨਹੀਂ ਹੁੰਦਾ। ਸੋਚੋ ਜ਼ਰੂਰ ਵੀ ਮੈਂ ਜ਼ਿੰਦਗੀ 'ਚ ਕੁਛ ਕਰਨਾ। ਇਹ ਸੱਚੀ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ, ਮਤਲਬ ਆਪਾਂ ਉਹ ਗੱਲਾਂ ਕਰਦੇ ਹਾਂ ਜਿਹੜੀਆਂ ਆਪਾਂ ਜਾਂ ਤਾਂ ਲਾਈਫ 'ਚ ਐਕਸਪੀਰੀਅੰਸ ਕੀਤੀਆਂ ਨੇ ਜਾਂ ਕਿਸੇ ਇਹੋ ਜਿਹੇ ਤਜਰਬੇ ਵਾਲੇ ਬੰਦੇ ਨੂੰ ਤੁਸੀਂ ਮਿਲੇ ਤੇ ਉਹਦੀ ਉਦਾਹਰਣ ਦੇ ਕੇ ਤੁਸੀਂ ਗੱਲ ਕਰ ਸਕਦੇ ਹੋ। ਮੈਂ ਕਹਿੰਦੀ ਇਹਦੇ 'ਚ ਤਾਂ ਆਪਾਂ ਵੀ ਆਪਣੀ ਉਦਾਹਰਣ ਦੇ ਕੇ ਗੱਲ ਕਰ ਸਕਦੇ ਹਾਂ ਕਿ ਮੈਂ ਜਿੰਨੀਆਂ ਚੀਜ਼ਾਂ ਆਪਣੀ ਜ਼ਿੰਦਗੀ ਦੇ ਵਿੱਚ ਸੋਚੀਆਂ ਕਿ ਇੱਕ ਮੁਕਾਮ ਹੋਣਾ ਚਾਹੀਦਾ, ਤੁਹਾਡੀ ਪਛਾਣ ਹੋਣੀ ਚਾਹੀਦੀ ਆ, ਜਾਂ ਪੜ੍ਹ ਲਿਖ ਕੇ ਤੁਸੀਂ ਵਧੀਆ ਨੌਕਰੀ 'ਤੇ ਹੋਣੇ ਚਾਹੀਦੇ ਹੋ, ਤੁਹਾਡਾ ਪਰਿਵਾਰ ਵਧੀਆ ਹੋਣਾ ਚਾਹੀਦਾ, ਉਹ ਹੁੰਦੀਆਂ ਤਾਂ ਹੈਗੀਆਂ ਨੇ ਚੀਜ਼ਾਂ, ਪਰ ਇਹ ਆ ਵੀ ਉਹਦੇ ਲਈ ਤੁਹਾਨੂੰ ਪੇ ਕਰਨਾ ਪੈਂਦਾ, ਤੁਹਾਨੂੰ ਮਿਹਨਤ ਸਟਰਗਲ ਹੈ ਨਾ, ਉਹ ਤਾਂ ਚੀਜ਼ਾਂ ਜਾਂਦੀਆਂ ਹੀ ਜਾਂਦੀਆਂ ਨੇ। ਇਸ ਲਈ ਕਹਿੰਦੇ ਹੁੰਦੇ ਨੇ ਵੀ ਹਮੇਸ਼ਾ ਚੰਗਾ ਸੋਚੋ, ਹਮੇਸ਼ਾ ਚੜ੍ਹਦੀ ਕਲਾ ਵਾਲਾ ਸੋਚੋ ਤੇ ਹਮੇਸ਼ਾ ਜ਼ਿੰਦਗੀ 'ਚ ਸੁਪਨੇ ਦੇਖਣ ਤੋਂ ਡਰੋ ਨਾ, ਕਿਉਂਕਿ ਜੇ ਤੁਸੀਂ ਡਿਟਰਮਿਨ ਰਹਿੰਦੇ ਹੋ ਤਾਂ ਉਹ ਚੀਜ਼ਾਂ ਪੂਰੀਆਂ ਜ਼ਰੂਰ ਹੋਣਗੀਆਂ। ਸਹੀ ਗੱਲ, ਸੁਪਨੇ ਵਾਲੀ ਗੱਲ ਬਹੁਤ ਸੋਹਣੀ ਆ ਸੱਚੀ। ਮਤਲਬ ਜਦੋਂ ਆਪਾਂ ਨਾ 20 ਸਾਲ ਦੇ ਹੁੰਦੇ ਆ, 20 ਸਾਲ ਦੇ ਆਪਣੀ ਪੜ੍ਹਾਈ ਜੀ ਪੂਰੀ ਹੋਣ ਵਾਲੀ ਹੁੰਦੀ ਆ, ਫਿਰ ਆਪਾਂ ਸੋਚਣ ਲੱਗ ਜਾਂਦੇ ਕਿ ਅਸੀਂ ਜ਼ਿੰਦਗੀ 'ਚ ਕੁਛ ਬਣਾਂਗੇ, ਹੈ ਨਾ।
ਤੇ ਆਪਾਂ ਬਣ ਵੀ ਜਾਂਦੇ ਆ, ਬਹੁਤ ਸਾਰੇ ਲੋਕਾਂ ਨੂੰ ਮੌਕੇ ਮਿਲਦੇ ਨੇ, ਉਹ ਜ਼ਿੰਦਗੀ 'ਚ ਉਹ ਮੁਕਾਮ ਲੈ ਲੈਂਦੇ ਆ ਜੋ ਉਹਨਾਂ ਨੂੰ ਚਾਹੀਦਾ ਹੁੰਦਾ ਨਾ। ਤੇ ਫਿਰ ਤੁਹਾਨੂੰ ਪਤਾ ਕਿ 30 ਸਾਲ ਤੋਂ ਬਾਅਦ ਆਪਾਂ ਸੁਪਨੇ ਦੇਖਣੇ ਹੀ ਛੱਡ ਦਿੰਦੇ ਆ। ਆਪਾਂ ਨੂੰ ਲੱਗਦਾ ਕਿ ਹੁਣ ਪੂਰਾ ਹੋ ਗਿਆ ਸਭ ਕੁਝ, ਮੈਨੂੰ ਨੌਕਰੀ ਚਾਹੀਦੀ ਸੀ ਮਿਲ ਗਈ, ਮੈਂ ਪੜ੍ਹਨਾ ਸੀ ਮੈਂ ਪੜ੍ਹ ਲਿਆ, ਮੇਰਾ ਵਿਆਹ ਹੋਣਾ ਸੀ ਹੋ ਗਿਆ। ਤੇ ਮੈਨੂੰ ਲੱਗਦਾ ਉਸ ਤੋਂ ਬਾਅਦ ਜ਼ਿਆਦਾ ਸੁਪਨੇ ਦੇਖਣੇ ਚਾਹੀਦੇ ਨੇ, ਹਨਾ। ਸਾਡੀ ਲੋਕਾਂ ਦੀ ਆਦਤ ਆ ਉਹ 50 ਸਾਲ ਤੋਂ ਬਾਅਦ ਸੁਪਨੇ ਦੇਖਣੋਂ ਛੱਡ ਦਿੰਦੇ, ਉਹ ਗੂੜੇ ਰੰਗ ਹੀ ਨਹੀਂ ਪਾਉਂਦੇ। ਕਈ ਨਾ ਅਸੀਂ ਹਲੇ 4-5 ਦਿਨ ਪਹਿਲਾਂ ਹੀ ਬੈਠੇ ਘਰੇ ਗੱਲ ਕਰ ਰਹੇ ਸੀਗੇ, ਤਾਂ ਮੇਰੇ ਮਦਰ ਕਹਿੰਦੇ ਕਿ ਐਵੇਂ ਹੀ ਉਦੋਂ ਸਾਡੀ ਵਾਰੀ ਲੋਕੀ ਸੋਚ ਜਾਂਦੇ ਸੀਗੇ ਵੀ ਬਸ ਚਿੱਠੀ ਲਿਖਣੀ ਆ ਗਈ, ਕੁੜੀ ਨੂੰ ਬਸ ਪੜ੍ਹਨ ਨੂੰ ਹਟਾ ਲਓ, ਹਨਾ। ਕਹਿੰਦੇ ਵੀ ਮੇਰੇ ਨਾਲ ਦੀਆਂ ਜਾਂ ਭੈਣ ਸਾਡੇ ਮਾਸੀ ਸੀ ਜਿਹੜੇ ਵੀ, ਭੈਣ ਦੇ ਨਾਲ ਦੀਆਂ ਜਿੰਨੀਆਂ ਕੁੜੀਆਂ ਪੜ੍ਹੀਆਂ ਵੀ, ਜਿਹੜੀਆਂ ਮਤਲਬ ਕਿ ਹਟੀਆਂ ਨਹੀਂ, ਗਾਂਹ ਵੀ ਉਹਨਾਂ ਨੇ ਪੜ੍ਹਾਈ ਕੀਤੀ। ਤੇ ਕਹਿੰਦੇ ਉਹ ਕੋਈ ਮਤਲਬ ਪ੍ਰਿੰਸੀਪਲ ਲੱਗੀ ਹੋਈ ਸੀ, ਕੋਈ ਸਕੂਲ ਦੇ ਵਿੱਚ ਟੀਚਰ ਲੱਗੀ ਹੋਈ ਸੀ। ਉਹਨਾਂ ਦੇ ਕਹਿਣ ਦਾ ਮਤਲਬ ਸੀ ਵੀ ਉਹਨਾਂ ਕੋਲੇ ਆਪਣੀ ਆਮਦਨ ਸੀਗੀ, ਹਨਾ। ਤੇ ਗਾਹਾਂ ਕਹਿੰਦੇ ਉਹਨਾਂ ਨੇ ਫਿਰ ਬੱਚਿਆਂ ਨੂੰ ਉੱਦਾਂ ਦਾ ਲਾਈਫ ਸਟਾਈਲ ਦਿੱਤਾ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਜੇ ਤੁਸੀਂ ਪੜ੍ਹਾਈ ਕੰਟੀਨਿਊ ਕਰਨਾ ਚਾਹੁੰਦੇ ਤਾਂ ਤੁਸੀਂ ਕਰ ਸਕਦੇ ਹੋ ਹੁਣ ਵੀ। ਉਹ ਕਹਿੰਦੇ ਲੈ ਹੁਣ ਮੈਂ ਕੀ ਕਰ ਲੂੰਗੀ। ਫਿਰ ਮੈਂ ਉਹਨਾਂ ਨੂੰ ਬਚਿੰਤ ਕੌਰ ਜੀ ਬਾਰੇ ਦੱਸਿਆ ਨਾ, ਮੈਂ ਕਿਹਾ ਵੀ ਉਹ ਲੇਡੀ ਨੇ ਦੇਖੋ 80 ਸਾਲ ਦੀ ਉਮਰ ਤੱਕ ਵੀ ਪੜ੍ਹਾਈ ਕੀਤੀ ਆ, ਵੀ ਇਹਦੀ ਕੋਈ ਉਮਰ ਤਾਂ ਹੁੰਦੀ ਨਹੀਂ। ਜਿਵੇਂ ਤੁਸੀਂ ਕਿਹਾ ਕਿ 30 ਸਾਲ ਤੋਂ ਬਾਅਦ ਆਪਾਂ ਨੂੰ ਲੱਗ ਜਾਂਦਾ ਵੀ ਹੁਣ ਤਾਂ ਟਾਈਮ ਗਿਆ, ਅਸੀਂ ਸੈਟਲ ਹੋ ਗਏ, ਇਸ ਤੋਂ ਇਲਾਵਾ ਜ਼ਿੰਦਗੀ 'ਚ ਹੋਰ ਕੁਝ ਕਰਨਾ ਨਹੀਂ। ਸੈਟਲ ਹੋਣ ਲਈ ਵੀ ਕਈ ਵਾਰੀ ਭੈਣੇ ਕਈ ਲੋਕ ਸੋਚਦੇ ਨੇ ਵੀ 30 ਤਾਂ ਹੁਣ ਟੱਪ ਗਏ, ਹੁਣ ਨਹੀਂ ਮੈਂ ਕੁਝ ਕਰ ਸਕਦਾ, ਹੁਣ ਤਾਂ ਸਮਝੌਤਾ ਹੀ ਹੋ ਸਕਦਾ। ਸਹੀ ਗੱਲ ਹੈ। ਤੇ 50 ਤੋਂ ਬਾਅਦ ਤਾਂ ਆਪਾਂ ਜਮਾ ਹੀ ਨਹੀਂ ਸੋਚਦੇ ਵੀ ਮੈਂ ਜ਼ਿੰਦਗੀ 'ਚ ਕੁਛ ਨਵਾਂ ਕਰ ਸਕਦਾ। ਜਿਵੇਂ ਮੈਨੂੰ ਬੜੀ ਵਾਰੀ ਗੱਲ ਯਾਦ ਆਉਂਦੀ ਹੈ ਵੀ ਜਦੋਂ ਆਪਾਂ ਕੋਈ ਇੱਦਾਂ ਦੀ ਗੱਲ ਯਾਦ ਕਰਦੇ ਹਾਂ, ਸਾਡੇ ਗੁਆਂਢ 'ਚ ਇੱਕ ਆਂਟੀ ਰਹਿੰਦੇ ਨੇਗੇ, ਅਸੀਂ ਤੂਰ ਆਂਟੀ ਕਹਿੰਦੇ ਉਹਨਾਂ ਨੂੰ। ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜਦੋਂ ਉਹਨਾਂ ਦੀ ਇੱਕੋ ਹੀ ਬੇਟੀ ਆ, ਤੇ ਜਦੋਂ ਉਹ ਬਾਹਰ ਗਈ ਤਾਂ ਕਹਿੰਦੇ ਉਦੋਂ ਫੋਨ ਜ਼ਿਆਦਾ ਨਹੀਂ ਸੀ ਹੁੰਦੇ, ਤਾਂ ਜਦੋਂ ਉਹਨਾਂ ਦੇ ਬੱਚੇ ਹੋਏ ਕਹਿੰਦੇ ਉਹਦੇ ਈਮੇਲ ਆਉਂਦੀਆਂ ਹੁੰਦੀਆਂ ਸੀ। ਕਿਉਂਕਿ ਮੈਨੂੰ ਪਤਾ, ਕਿਉਂਕਿ ਸਾਨੂੰ ਵੀ ਉਹਦੇ ਈਮੇਲ ਆਉਂਦੀਆਂ ਹੁੰਦੀਆਂ ਸੀਗੀਆਂ। ਕਹਿੰਦੇ ਵੀ ਮੇਰੇ ਦੋਤੀਆਂ ਦੀਆਂ ਪਿਕਚਰਸ ਵਗੈਰਾ ਮੇਰੀ ਬੇਟੀ ਉੱਥੇ ਹੀ ਪਾਉਂਦੀ ਸੀ। ਕਹਿੰਦੇ ਮੈਨੂੰ ਕੰਪਿਊਟਰ ਨਹੀਂ ਸੀ ਆਉਂਦਾ, ਸਿਰਫ ਮੈਂ ਉਹਨਾਂ ਦੀ ਈਮੇਲ ਪੜ੍ਹਨ ਦੇ ਲਈ ਕਹਿੰਦੇ ਮੈਂ ਕੰਪਿਊਟਰ ਸਿੱਖਿਆ, ਮੈਂ ਡਰਾਈਵਿੰਗ ਸਿੱਖੀ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਸੋਚਣਾ ਕਦੇ ਵੀ ਜ਼ਿੰਦਗੀ 'ਚ ਬੰਦ ਨਾ ਕਰੋ, ਚੀਜ਼ਾਂ ਕਦੇ ਵੀ ਸੰਭਵ ਹੋ ਸਕਦੀਆਂ ਨੇ। ਸਹੀ ਗੱਲ। ਇੱਕ ਗੁਰਦੀਪ, ਜਿਵੇਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਆਪਾਂ ਹੁਣ ਜਿਵੇਂ ਆਪਣੇ ਘਰ 'ਚ ਦੇਖਦੇ ਆ ਹਨਾ ਕਿ 50 ਸਾਲ ਤੋਂ ਉੱਪਰਲੇ ਲੋਕਾਂ ਦੇ ਸੱਚੀ ਕੋਈ ਸੁਪਨਾ ਨਹੀਂ ਹੈਗਾ। ਉਹਨਾਂ ਨੂੰ ਤਾਂ ਹੁਣ ਇਹ ਵੀ ਹੁੰਦਾ ਕਿ ਇੰਨੇ ਸੂਟ ਕਾਹਦੇ ਲਈ ਸਵਾਉਣੇ ਨੇ, ਫਲਾਣੀ ਜਗ੍ਹਾ ਕਾਹਦੇ ਲਈ ਜਾਣਾ, ਉੱਥੇ ਪੈਸਾ ਕਾਹਦੇ ਲਈ। ਜਿਵੇਂ ਆਪਾਂ ਗੁਲਜ਼ਾਰ ਸੰਧੂ ਸਰ ਹੁਣਾਂ ਦੇ ਘਰੇ ਜਾਂਦੇ ਹੁੰਦੇ ਹਾਂ ਨਾ, ਉਹ ਦੋਨੇ ਜੀ 90+ ਨੇ, ਤੇ ਮੈਮ ਜਦੋਂ ਵੀ ਜਾਓ ਉਹ ਦੱਸਣਗੇ ਮੈਂ ਫਲਾਣੀ ਜਗ੍ਹਾ ਤੋਂ ਕੁਰਤੇ ਖਰੀਦੇ, ਮੈਂ ਆਹ ਜਗ੍ਹਾ ਤੋਂ ਆਹ ਖਰੀਦ ਕੇ ਲਿਆਈ। ਤੇ ਸਰ ਜਦੋਂ ਮੈਂ ਪਿਛਲੀ ਵਾਰ ਉਹਨਾਂ ਨੂੰ ਮਿਲਣ ਗਈ, ਸਰ ਕਹਿੰਦੇ ਮੈਂ ਇਕੱਠੀਆਂ ਨਾ 10-11 ਸ਼ਰਟਾਂ ਲਿਆਇਆ ਆਪਦੇ ਲਈ। ਤੇ ਮੈਂ ਕਿਹਾ ਆਪਣੇ ਘਰਾਂ 'ਚ 60 ਸਾਲ ਤੋਂ ਹੀ ਉੱਪਰ ਕਹਿ ਦੇਣਗੇ ਹੁਣ ਤਾਂ 2 ਸੂਟ ਬਹੁਤ ਨੇ, ਹੈ ਨਾ। ਉਹ ਵੀ ਕਹਿ ਦੇਣਗੇ ਪਰਿਵਾਰ ਵਾਲਿਆਂ ਨੂੰ, ਇਹਨਾਂ ਨਿਆਣਿਆਂ ਨੂੰ ਵੀ ਲੱਗਣ ਲੱਗ ਜਾਂਦਾ ਵੀ ਲੈ ਹਲੇ ਇਹਨਾਂ ਦੀ ਜਵਾਨੀ ਹੋਈ ਨਹੀਂ ਖਤਮ ਹੋਈ। ਕੀ ਨਹੀਂ, ਮੈਨੂੰ ਲੱਗਦਾ ਜਦੋਂ ਤੱਕ ਬੰਦਾ ਜਿਉਂਦਾ ਉਹਦੇ ਅੰਦਰ ਸਾਰੀਆਂ ਚੀਜ਼ਾਂ ਜਿਉਂਦੀਆਂ ਹੋਣੀਆਂ ਚਾਹੀਦੀਆਂ ਨੇ। ਤੇ ਉਹ ਦੇਖੋ 90 ਸਾਲ ਦੇ ਨੇ ਤੇ ਸਰ ਸਭ ਕੁਝ ਆਪ ਕਰਦੇ ਨੇ। ਉਹ ਕਹਿੰਦੇ ਵੀ ਸਾਡੇ ਕੋਲ ਇੱਕ ਹਿਮਾਚਲ 'ਚ ਇੱਕ ਮਤਲਬ ਸਾਡਾ ਘਰ ਹੈ, ਤੇ ਉੱਥੇ ਜਾ ਕੇ ਅਸੀਂ ਆਪਣੀਆਂ ਛੁੱਟੀਆਂ ਬਿਤਾ ਕੇ ਆਉਂਦੇ ਹਾਂ। ਤੇ ਇੱਥੇ 80 ਸਾਲ ਦਾ ਬੰਦਾ ਬੈੱਡ ਨਾਲ ਜੁੜ ਜਾਂਦਾ, ਹੈ ਨਾ। ਤੇ ਜੇ ਮੈਨੂੰ ਲੱਗਦਾ ਕਿ ਉਹਨਾਂ ਕੋਲ ਪੋਜ਼ਿਟਿਵਿਟੀ, ਉਹ ਤਾਂ ਹੀ ਇੱਦਾਂ ਕਰਦੇ ਆ। ਤੁਸੀਂ ਕਪੂਰ ਸਰ ਨੂੰ ਮਿਲੋ, ਉਹ ਕਹਿਣਗੇ ਮੈਂ ਸਵੇਰੇ 5 ਵਜੇ ਉੱਠ ਕੇ ਮੈਂ ਨਹਾਉਣਾ, ਤਿਆਰ ਹੋਣਾ, ਫਿਰ ਮੈਂ ਅਖਬਾਰ ਪੜ੍ਹਦਾ, ਬ੍ਰੇਕਫਾਸਟ ਕਰਦਾ, ਉਸ ਤੋਂ ਬਾਅਦ ਮੈਂ ਮਤਲਬ ਮੈਨੂੰ ਇਹ ਹੁੰਦਾ ਕਿ ਹੁਣ ਕੋਈ ਵੀ ਬੰਦਾ ਮੈਨੂੰ ਆ ਕੇ ਮਿਲੇ ਜਾਂ ਫੋਟੋ ਖਿਚਾਵੇ, ਮੈਂ ਉਹਨੂੰ ਤਿਆਰ ਮਿਲੂੰਗਾ ਨਾ। ਤੇ ਉਹ ਮੈਨੂੰ ਲੱਗਦਾ 80 ਸਾਲ ਤੋਂ ਉੱਪਰ ਨੇ, ਦੇਖ ਲਓ। ਇਹ ਵੀ ਇੱਕ ਚਾਈ ਆ, ਹੈ ਨਾ। ਤੇ ਉਹੀ ਚੀਜ਼ਾਂ ਫਿਰ ਤੁਹਾਡੇ ਅੰਦਰ ਦਾ ਇਨਵਾਇਰਨਮੈਂਟ ਬਦਲਦੀਆਂ ਨੇ, ਮਨ ਦਾ, ਹੈ ਨਾ। ਤੇ ਮੈਨੂੰ ਲੱਗਦਾ ਕਿ ਜਿਵੇਂ ਸੋਚਣਾ ਸ਼ੁਰੂ ਕਰੋ, ਆਲਾ ਦੁਆਲਾ ਉਵੇਂ ਹੀ ਹੋ ਜਾਂਦਾ। ਆਪਾਂ ਕਹਿੰਦੇ ਹੁੰਦੇ ਨਾ ਕਿ ਕੁਦਰਤ ਦੀ ਇੱਕ ਚੀਜ਼ ਲਈ ਸ਼ੁਕਰਾਨਾ ਕਰਦੇ ਹੋ, ਤੁਹਾਨੂੰ 2 ਮਿਲਦੀਆਂ ਨੇ। ਇੱਕ ਦਿਨ ਅਸੀਂ ਜਿਵੇਂ ਹੁਣ ਸਾਡੇ ਮੰਮਾ ਆਏ ਹੋਏ ਨੇ, ਅਸੀਂ ਮੈਂ ਉਹਨਾਂ ਨਾਲ ਗੱਲਾਂ ਬਾਤਾਂ ਕਰਦੀ ਰਹਿੰਦੀ ਹਾਂ, ਹੈ ਨਾ। ਉਹਨਾਂ ਨੂੰ ਜਿਵੇਂ ਮੈਂ ਜਿਹੜੀਆਂ ਗੱਲਾਂ ਦੱਸਦੀ ਉਹਨਾਂ ਨੂੰ ਚੰਗੀਆਂ ਲੱਗਣ ਲੱਗ ਗਈਆਂ। ਉਹ ਕਹਿੰਦੇ ਮੈਨੂੰ ਇੱਕ ਦਿਨ ਗੱਲ ਸੁਣਾਉਣ ਲੱਗ ਗਏ, ਕਹਿੰਦੇ ਵੀ ਤੂੰ ਕਿਹਾ ਸੀ ਨਾ ਕਿ ਜੋ ਮਿਲਦਾ ਉਹਦੇ ਲਈ ਧੰਨਵਾਦ ਕਰ ਲਓ, ਹੈ ਨਾ। ਤੇ ਕਹਿੰਦੇ ਹੁਣ ਕਰੋ ਤਾਂ ਐ ਲੱਗਦਾ ਵੀ ਹੁਣ ਹੋਰ ਚੰਗਾ ਹੋਊਗਾ, ਹੈ ਨਾ। ਤੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੰਮਾ ਜੇ ਕੋਈ ਤੁਹਾਡੇ ਲਈ ਕੁਛ ਕਰੇ, ਮੈਂ ਤੁਹਾਨੂੰ ਇੱਕ ਚੀਜ਼ ਲਿਆ ਕੇ ਦੇਵਾਂ, ਤੇ ਮੈਂ ਕਿਹਾ ਤੁਸੀਂ ਮੈਨੂੰ ਧੰਨਵਾਦ ਕਰੋ, ਮੇਰਾ ਦਿਲ ਕਰੂ ਮੈਂ ਦੂਜੀ ਵੀ ਲਿਆ ਕੇ ਦੇਵਾਂ। ਮੈਂ ਕਿਹਾ ਸੇਮ ਰੱਬ ਵੀ ਏਦਾਂ ਹੀ ਸੋਚਦਾ। ਤੇ ਮੈਂ ਕਿਹਾ ਜਿਹੜੇ ਲੈ ਕੇ ਹਜਮ ਕਰ ਲੈਂਦੇ ਨੇ, ਉਹਨਾਂ ਨੂੰ ਲੱਗਦਾ ਇਹਨਾਂ ਨੂੰ ਦਿੱਤੀ ਨਾ ਦਿੱਤੀ ਇੱਕੋ ਹੀ ਬਰਾਬਰ ਆ। ਹਾਂ ਸਹੀ ਗੱਲ ਆ। ਵੀ ਜਿਵੇਂ ਕਈ ਵਾਰੀ ਛੋਟੀਆਂ ਚੀਜ਼ਾਂ ਨੇ ਗਿਆ, ਆਪਾਂ ਕਹਿੰਦੇ ਆ ਵੀ ਮੈਂ ਡਿਪਰੈਸ ਰਹਿਣਾ ਆ, ਅੱਜ ਦਾ ਦਿਨ ਨਹੀਂ ਵਧੀਆ ਸ਼ੁਰੂ ਹੋਇਆ। ਮੈਂ ਨਾ ਹੁਣ ਕੁਛ ਕੁ ਟਾਈਮ ਤੋਂ ਇੱਕ ਪ੍ਰੈਕਟਿਸ ਸ਼ੁਰੂ ਕੀਤੀ ਹੈ ਵੀ ਜਿਵੇਂ ਹੁਣ ਆਪਣਾ ਵੀ ਚਲੋ ਕੰਮ ਕਹਿ ਲਓ ਜਾਂ ਇਹਨੂੰ ਐਕਸਕਿਊਜ਼ ਵੀ ਆਪਾਂ ਕਹਿ ਸਕਦੇ ਹਾਂ ਫੋਨ ਯੂਜ਼ ਕਰਨ ਦੇ ਲਈ, ਹੈ ਨਾ।
ਵੀ ਅੱਗੇ ਨਾ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਜੇ ਕਿਤੇ 2:30 ਵਜੇ ਵੀ ਅੱਖ ਖੁੱਲ ਜਾਣੀ ਰਾਤ ਨੂੰ ਤਾਂ ਐਂ ਤਾਂ ਪਹਿਲਾਂ ਫੋਨ ਦੇਖ ਲਈਏ। ਫਿਰ ਮੈਂ ਇੱਕ ਦਿਨ ਬਹਿ ਕੇ ਸੋਚਿਆ ਵੀ 2:30 ਵਜੇ ਕਿਹਨੇ ਫੋਨ ਕਰਨਾ ਹੋ ਜਾਂ ਕਿਹਨੇ ਮੈਸੇਜ, ਜਾਂ ਜੇ ਮੈਂ ਕੁਝ ਦੇਖ ਵੀ ਲਿਆ ਫਿਰ ਮੈਂ 2:30 ਵਜੇ ਉੱਠ ਕੇ ਕੀ ਕਰ ਲੂੰਗੀ, ਹੈ ਨਾ। ਹੁਣ ਮੈਂ ਇੱਕ ਆਦਤ ਬਣਾਈ ਹੈ ਵੀ ਇੱਕ ਤਾਂ ਸੌਣ ਤੋਂ ਪਹਿਲਾਂ ਮੈਂ ਫੋਨ ਨਾ ਦੇਖਾਂ, ਵੀ ਜਦੋਂ ਨੀਂਦ ਆ ਗਈ ਉਦੋਂ ਹੀ ਸੌਂ ਜਾਓ। ਕਈ ਵਾਰੀ ਆਪਾਂ ਨਾ ਫੋਨ ਦੇਖਦੇ ਦੇਖਦੇ ਭੈਣੇ ਆਪਣੀ 1.5 ਘੰਟਾ 2 ਘੰਟੇ ਨੀਂਦ ਢਾਲੀ ਰੱਖਦੇ ਹਾਂ। ਕਈ ਵਾਰ ਮੈਂ ਕੀ ਕਰਨਾ, ਕੋਈ ਸੀਰੀਜ਼ ਸ਼ੁਰੂ ਕਰ ਲਈ, ਹਾਂ ਵੀਕਐਂਡ 'ਤੇ ਚਲੋ ਮੈਨੂੰ ਲੱਗਦਾ ਹੁੰਦਾ ਕਿ ਹਾਂ ਤੁਸੀਂ ਘੰਟਾ ਸਵੇਰੇ ਲੇਟ ਵੀ ਉੱਠ ਸਕਦੇ ਹੋ, ਹੈ ਨਾ। ਜੇ ਤੁਸੀਂ ਕੋਈ ਸੀਰੀਜ਼ ਸ਼ੁਰੂ ਕਰ ਲਈ ਤਾਂ ਤੁਹਾਨੂੰ ਆਉਂਦਾ ਵੀ ਸਾਰੀ ਹੀ ਦੇਖ ਕੇ ਪਈ ਹੁਣ ਕਈ ਵਾਰ ਮੈਨੂੰ ਸਵੇਰ ਦੇ 3 ਵੱਜ ਜਾਣੇ, ਹੈ ਨਾ। ਤਾਂ ਦੂਜੇ ਦਿਨ ਓਬਵੀਅਸਲੀ ਫਿਰ ਤੁਹਾਡੀ ਨੀਂਦ ਪੂਰੀ ਨਹੀਂ ਹੋਈ ਤਾਂ ਤੁਹਾਡਾ ਮਨ ਫਿਰ ਉਹੋ ਜਿਹਾ ਹੀ ਰਹਿੰਦਾ ਨਾ। ਹੁਣ ਮੈਂ 2 ਚੀਜ਼ਾਂ ਸ਼ੁਰੂ ਕੀਤੀਆਂ ਨੇ ਵੀ ਚੱਲ ਇੱਥੋਂ ਹੀ ਘਟਾਉਣਾ ਸ਼ੁਰੂ ਕਰ ਲੈਂਦੇ ਆ। ਇੱਕ ਤਾਂ ਰਾਤ ਨੂੰ ਜਦੋਂ ਨੀਂਦ ਆ ਗਈ ਉਦੋਂ ਹੀ ਸੌਂ ਜਾਓ, ਤੁਹਾਡੇ ਲਈ ਜ਼ਰੂਰੀ ਨਹੀਂ ਤੁਸੀਂ ਫੋਨ ਦੇਖ ਕੇ ਸੌਣਾ ਆ, ਹੈ ਨਾ। ਕਿਉਂਕਿ ਜਿੰਨੇ ਆਪਣੇ ਜ਼ਰੂਰੀ ਮੈਸੇਜ ਜਾਂ ਕੰਮ ਆ ਉਹ ਹਾਰਡਲੀ 8 ਵਜੇ ਤੱਕ ਖਤਮ ਹੋ ਹੀ ਜਾਂਦੇ ਨੇਗੇ, ਹੈ ਨਾ। ਇੱਕ ਜਦੋਂ ਮੈਂ ਸਵੇਰੇ ਉੱਠਣਾ ਵੀ ਸਭ ਤੋਂ ਪਹਿਲਾ ਕੰਮ ਮੇਰਾ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣਾ ਫੋਨ ਦੇਖਾਂ। ਸਭ ਤੋਂ ਪਹਿਲਾਂ ਉੱਠ ਕੇ ਆਪਣੀ ਸ਼ਕਲ ਦੇਖੋ। ਮੈਂ ਨਾ ਥੋੜ੍ਹੇ ਦਿਨ ਪਹਿਲਾਂ ਇੰਸਟਾਗ੍ਰਾਮ 'ਤੇ ਕਿਸੇ ਦਾ ਸੁਣਿਆ ਸੀਗਾ, ਕੋਈ ਚੇਤੇ ਨਹੀਂ ਆ ਰਿਹਾ ਕੌਣ ਸੀਗਾ, ਉਹ ਕਹਿੰਦੇ ਵੀ ਤੁਸੀਂ ਲਾਈਫ 'ਚ ਇੱਕ ਅਗਰ ਟਿਪ ਕਿਸੇ ਨੂੰ ਦੇਣਾ ਚਾਹੋ, ਉਹਨਾਂ ਨੇ ਕੋਈ ਅਵਾਰਡ ਵਿਨ ਕੀਤਾ ਸੀਗਾ, ਅਤੇ ਉਹ ਕਹਿੰਦੇ ਮੈਂ ਇੱਕੋ ਹੀ ਟਿਪ ਦੇਣਾ ਚਾਹੁੰਦੀ ਹਾਂ ਕਿ ਜਦੋਂ ਤੁਸੀਂ ਘਰ 'ਚੋਂ ਨਿਕਲੋ ਤਾਂ ਸ਼ੀਸ਼ੇ 'ਚ ਆਪਣੇ ਆਪ ਨੂੰ ਦੇਖ ਕੇ ਹਾਈਫਾਈ ਕਰਨਾ ਨਾ ਭੁੱਲੋ, ਹੈ ਨਾ। ਇਹ ਵੀ ਇੱਕ ਸਿੰਬਲ ਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕੀ ਐਨਰਜੀ ਦੇ ਕੇ ਬਾਹਰ ਘਰ ਤੋਂ ਲੈ ਕੇ ਜਾ ਰਹੇ ਹੋ ਨਾ। ਤਾਂ ਮੈਨੂੰ ਲੱਗਦਾ ਵੀ ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਕੁਛ ਹੋ ਨਹੀਂ ਰਿਹਾ, ਮੇਰਾ ਮਨ ਇੱਦਾਂ ਰਹਿੰਦਾ ਆ, ਤਾਂ ਉਹਦੇ ਵਿੱਚ ਕਈ ਵਾਰੀ ਸਾਡਾ ਲਾਈਫ ਸਟਾਈਲ ਵੀ ਬਹੁਤ ਵੱਡਾ ਰੋਲ ਅਦਾ ਕਰਦਾ ਹੁੰਦਾ ਕਿ ਅਸੀਂ ਕਿਹੋ ਜਿਹੀ ਜ਼ਿੰਦਗੀ ਜਿਉ ਰਹੇ ਹਾਂ। ਉਹ ਜਦੋਂ ਮੈਨੂੰ 2 ਦਿਨ ਜਾਂ 3 ਦਿਨ ਮੈਂ ਸੋਚਿਆ ਕਿ ਮੈਂ ਫੋਨ ਨਾ ਤਾਂ ਸਵੇਰੇ ਉੱਠਣ ਸਾਰ ਦੇਖਿਆ ਅਤੇ ਨਾ ਹੀ ਜਦੋਂ ਮੈਨੂੰ ਯਾਦ ਹੀ ਨਹੀਂ ਵੀ ਅੱਛਾ ਮੈਂ ਰਾਤ ਕਦੋਂ ਸੁੱਤੀ ਸੀਗੀ, ਮੈਨੂੰ ਯਾਦ ਹੈ ਵੀ ਮੈਂ ਤਾਂ ਫੋਨ ਨਹੀਂ ਦੇਖਿਆ, ਉਹ ਚੀਜ਼ ਤੁਹਾਨੂੰ ਆਪਣੇ ਆਪ ਨੂੰ ਬੜੀ ਖੁਸ਼ੀ ਦਿੰਦੀ ਹੈ। ਸਹੀ ਗੱਲ ਹੈ। ਸੋ ਥੋੜ੍ਹੀਆਂ ਆਦਤਾਂ, ਥੋੜ੍ਹੇ ਤਰੀਕੇ ਜਿਉਣ ਦੇ ਸਾਨੂੰ ਬਦਲ ਲੈਣੇ ਚਾਹੀਦੇ ਨੇ, ਅਤੇ ਇਹ ਸਾਨੂੰ ਆਪ ਨੂੰ ਹੀ ਪਤਾ ਹੋਣਾ ਚਾਹੀਦਾ ਕਿ ਮੈਨੂੰ ਹੁਣ ਇਸ ਟਾਈਮ ਠੀਕ ਨਹੀਂ ਫੀਲ ਹੋ ਰਿਹਾ। ਤਾਂ ਸਾਰਾ ਕੁਝ ਚੰਗਾ ਭਲਾ ਚੱਲੀ ਜਾਂਦਾ, ਫਿਰ ਮੈਂ ਕਾਹਤੇ ਉਦਾਸ ਆ ਬਿਨਾਂ ਗੱਲ ਤੋਂ, ਹੈ ਨਾ। ਇਹ ਸਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ। ਡਿਸਿਪਲਿਨ ਤਾਂ ਹਰੇਕ ਚੀਜ਼ 'ਚ ਹੀ ਹੋਣਾ ਚਾਹੀਦਾ ਗੁਰਦੀਪ। ਜਿਵੇਂ ਮੈਨੂੰ ਕਈ ਵਾਰੀ ਸਾਰੇ ਹੱਸਦੇ ਹੁੰਦੇ ਆ ਨਾ ਵੀ ਤੂੰ 7:30 ਵਜੇ ਫੋਨ ਬੰਦ ਕਰ ਲੈਂਦੀ ਆ। ਮੇਰੀ ਇੱਕ ਆਦਤ ਹੈ, ਮਤਲਬ ਮੈਨੂੰ ਕਿਸੇ ਨੇ ਕਿਹਾ ਨਹੀਂ ਕਦੀ ਵੀ ਤੂੰ ਇੱਦਾਂ ਕਰ। ਮੈਂ ਹਾਰਡਲੀ 8 ਵਜੇ ਮੇਰਾ ਫੋਨ ਸਾਈਲੈਂਟ ਹੁੰਦਾ, ਮਤਲਬ ਮੈਂ ਉਹਨੂੰ ਕਦੀ ਵਾਈਬ੍ਰੇਸ਼ਨ 'ਤੇ ਵੀ ਨਹੀਂ ਰੱਖਿਆ। ਮੈਨੂੰ ਇਹ ਹੁੰਦਾ ਕਿ ਜਿਹਨੂੰ ਜ਼ਰੂਰੀ ਹੋ ਉਹ ਲੈਂਡਲਾਈਨ 'ਤੇ ਕਰ ਲੂਗਾ ਨਾ। ਵੀ ਅੱਜ ਤੋਂ 20-25 ਸਾਲ ਪਹਿਲਾਂ ਵੀ ਤਾਂ ਅਸੀਂ ਜਿਉਂਦੇ ਹੀ ਸੀ ਫੋਨ ਤੋਂ ਬਿਨਾਂ, ਅਤੇ ਮੈਂ 8 ਵਜੇ ਫੋਨ ਬੰਦ ਕਰ ਦਿੰਦੀ ਹਾਂ। ਮਤਲਬ ਬਹੁਤ ਕਿਤੇ ਹੈ ਕਿ 8:30 ਤੋਂ ਬਾਅਦ ਸਾਡੀ ਲਾਈਟ ਜਗਦੀ ਹੋਊਗੀ, ਹੈ ਨਾ। ਅਸੀਂ ਉਸ ਤੋਂ ਬਾਅਦ ਲਾਈਟਾਂ ਬੰਦ ਕਰ ਦਿੰਦੇ ਹਾਂ, ਅਤੇ ਸਵੇਰੇ 3:30 ਪੌਣੇ 4 ਵਜੇ ਅਸੀਂ ਉੱਠੀ ਦਾ। ਉਸ ਤੋਂ ਬਾਅਦ ਮੈਂ ਕਦੀ 9 ਵਜੇ ਤੱਕ ਵੀ ਮੋਬਾਈਲ ਨਹੀਂ ਦੇਖਿਆ, ਜਿੰਨਾ ਚਿਰ ਮੈਨੂੰ ਕਿਸੇ ਦੀ ਕਾਲ ਨਹੀਂ ਆਉਂਦੀ। ਮੈਨੂੰ ਆਉਂਦਾ ਕਿ ਜੇ ਮੈਂ ਇਹਨੂੰ ਔਨ ਕਰ ਲਿਆ ਤਾਂ ਮੈਨੂੰ ਕਿਸੇ ਨਾ ਕਿਸੇ ਦਾ ਮੈਸੇਜ ਆ ਜੂ, ਕਾਲ। ਅਤੇ 9 ਵਜੇ ਤੱਕ ਸਾਡੇ ਘਰ ਦੇ ਟੋਟਲ ਕੰਮ ਹੋਏ ਹੁੰਦੇ ਨੇ। ਮੈਨੂੰ ਅੱਜ ਤੱਕ ਵੀ ਯਾਦ ਨਹੀਂ ਹੈਗਾ ਕਿ ਕੋਈ ਆਇਆ ਹੋਵੇ ਅਤੇ ਮੈਨੂੰ ਕਦੀ ਲੱਗਿਆ ਹੋਵੇ ਵੀ ਹਾਏ ਇਹ ਕਿਉਂ ਆ ਗਿਆ, ਮੇਰੇ ਤਾਂ ਹਾਲੇ ਕੰਮ ਨਹੀਂ ਹੋਏ। ਮਤਲਬ ਮੈਂ ਚਾਹੇ ਘਰੇ ਹੋਵਾਂ ਚਾਹੇ ਕਿਤੇ ਜਾਣਾ ਹੋਵੇ, ਮੇਰੇ 9 ਵਜੇ ਤੱਕ ਸਾਰੇ ਕੰਮ ਹੋਏ ਹੁੰਦੇ ਨੇ। ਮੇਰੇ ਇੱਕ ਮਾਸੀ ਨੇ, ਸਾਰਿਆਂ ਤੋਂ ਵੱਡੇ, ਉਹ ਇੱਕ ਵਾਰੀ ਸਾਡੇ ਘਰ ਆਏ ਅਤੇ ਕਾਫੀ ਜਾਣੇ ਸੀਗੇ, 7-8 ਜਾਣੇ। ਉਹ ਕਹਿੰਦੇ ਮੈਂ ਅੱਜ ਤੱਕ ਕਿਸੇ ਨੂੰ ਇੰਨਾ ਤੇਜ਼ ਕੰਮ ਕਰਦੇ ਨਹੀਂ ਦੇਖਿਆ ਜਿੰਨਾ ਤੂੰ ਕਰਦੀ ਆ। ਮੈਂ ਕਿਹਾ ਵੀ ਤੇਜ਼ ਨਹੀਂ ਕਰਦੀ, ਮੈਂ ਬਹੁਤ ਸਵੇਰੇ ਸਾਰੇ ਕੰਮ ਕਰ ਲੈਂਦੀ ਹਾਂ ਨਾ। ਅਤੇ ਉਹ ਸੱਚੀ ਤੁਸੀਂ ਕਿੰਨਾ ਮਾਨਸਿਕ ਤੌਰ 'ਤੇ ਤੁਹਾਨੂੰ ਸਕੂਨ ਬਹੁਤ ਹੁੰਦਾ ਇਸ ਕੰਮ 'ਚ ਕਰਦੀ। ਮੈਨੂੰ ਲੱਗਦਾ ਜਿਵੇਂ ਜਿਵੇਂ ਧੁੱਪ ਚੜ੍ਹਦੀ ਆ ਨਾ, ਤੁਹਾਨੂੰ ਕੰਮ ਮਤਲਬ ਅਕੇਵਾਂ ਦੇਣ ਲੱਗ ਜਾਂਦੇ ਨੇ, ਬੋਝ ਲੱਗਣ ਲੱਗ ਜਾਂਦਾ ਵੀ ਹਲੇ ਆ ਵੀ ਪਿਆ, ਹਲੇ ਆ ਵੀ ਪਿਆ। ਤੇ ਆਪਾਂ ਕਹਿੰਦੇ ਵੀ ਇੱਕ ਦਿਨ ਵੀ ਤੁਸੀਂ ਸਵੇਰੇ ਉੱਠ ਕੇ ਦੇਖੋ, ਤੁਹਾਨੂੰ ਸਾਰਾ ਦਿਨ ਹੀ ਇੰਨਾ ਵੱਡਾ ਲੱਗੂਗਾ, ਤੁਹਾਨੂੰ ਆਪਦੇ ਲਈ ਇੰਨਾ ਟਾਈਮ ਮਿਲਦਾ। ਚਾਹੇ ਤੁਸੀਂ ਉਸ ਤੋਂ ਬਾਅਦ 4 ਘੰਟੇ ਵਿਹਲੇ ਬੈਠੇ ਰਹੋ, ਤੁਹਾਨੂੰ ਕੋਈ ਕਾਹਲ ਨਹੀਂ ਹੁੰਦੀ ਵੀ ਮੇਰਾ ਸਾਰਾ ਦਿਨ ਇਸ ਕੰਮ 'ਚ ਲੰਘ ਗਿਆ। ਇੱਕ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੀ ਪੂਰੇ ਦਿਨ 'ਚ ਥੋੜ੍ਹਾ ਜਿਹਾ ਸਮਾਂ ਤਾਂ ਆਪਣੇ ਆਪ ਲਈ ਜ਼ਰੂਰ ਕੱਢੋ, ਹੈ ਨਾ। ਜਿਵੇਂ ਕਈ ਵਾਰ ਆਪਣਾ ਵਿਸ਼ਾ ਤਾਂ ਵੈਸੇ ਇਹ ਸੀਗਾ ਕਿ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਜਾਂ ਪੋਜ਼ੀਟਿਵ, ਜਾਂ ਜੇ ਤੁਸੀਂ ਮਾੜਾ ਮੋਟਾ ਥੋੜ੍ਹਾ ਲੋ ਫੀਲ ਕਰ ਰਹੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ, ਹੈ ਨਾ। ਜਿਵੇਂ ਹੁਣ ਮੇਰੀ ਡੇਲੀ ਰੂਟੀਨ ਕੀ ਆ, ਘਰ ਤੋਂ ਆਫਿਸ, ਆਫਿਸ ਤੋਂ ਘਰ, ਹੈ ਨਾ। ਉਸ ਤੋਂ ਪਹਿਲਾਂ ਜੇ ਮੈਂ ਆਫਿਸ ਅਤੇ ਘਰ ਦੇ ਵਿਚਾਲੇ ਕੁਛ ਕਰ ਲਵਾਂ ਨਾ ਤਾਂ ਮੈਨੂੰ ਉਹੀ ਚੀਜ਼ ਲੱਗਣ ਲੱਗ ਦਿੰਦੀ ਹੈ ਕਿ ਮੈਂ ਕੁਛ ਅਲੱਗ ਕੀਤਾ। ਬਿਲਕੁਲ, ਮੈਨੂੰ ਆਪਣਾ ਦਿਨ ਬਾਕੀ ਦਿਨਾਂ ਦੇ ਨਾਲੋਂ ਅਲੱਗ ਲੱਗਣ ਲੱਗ ਜਾਂਦਾ। ਉਹ ਕੀ ਹੁੰਦਾ ਕਿ ਚਾਹੇ ਮੈਂ ਕਿਸੇ ਨਾਲ ਬੈਠ ਕੇ ਕੌਫੀ ਪੀ ਲਈ ਜਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਂਦਾ, ਕਿਸੇ ਨਾਲ ਵੈਸੇ ਬੈਠ ਕੇ ਤੁਸੀਂ ਗੱਲ ਕਰ ਲਈ। ਮਤਲਬ ਇੱਥੇ ਵੀ ਪਤਾ ਆਪਾਂ ਰੋਜ਼ ਇੱਕੋ ਜਿਹੀਆਂ ਗੱਲਾਂ ਕਰਦੇ ਹਾਂ, ਘਰ ਵੀ ਇੱਕੋ ਜਿਹੀਆਂ ਗੱਲਾਂ ਹੁੰਦੀਆਂ ਨੇ। ਤੁਸੀਂ ਦਿਨ 'ਚ ਤੀਜੇ ਕਿਸੇ ਬੰਦੇ ਨੂੰ ਮਿਲਦੇ ਹੋ ਤਾਂ ਉਹ ਤੁਹਾਨੂੰ ਇੱਕ ਅਲੱਗ ਗੱਲ ਕਹੂਗਾ, ਹੈ ਨਾ, ਜਾਂ ਤੁਹਾਨੂੰ ਵੀ ਕੁਛ ਅਲੱਗ ਸੁਣਨ ਨੂੰ ਮਿਲੂਗਾ। ਜਿਵੇਂ ਨਾ ਵੀ ਨਵਾਂਪਨ ਜ਼ਿੰਦਗੀ 'ਚ ਹਮੇਸ਼ਾ ਤਾਜ਼ਗੀ ਲੈ ਕੇ ਆਉਂਦਾ ਆ, ਤਾਂ ਇਹ ਬਿਲਕੁਲ ਉਸੇ ਤਰ੍ਹਾਂ ਦੀ ਉਹ ਗੱਲ ਹੈ। ਥੋੜ੍ਹੇ ਦਿਨ ਪਹਿਲਾਂ ਵੀ ਆਪਾਂ ਡਿਸਕਸ ਕਰ ਰਹੇ ਸੀ, ਮੈਂ ਕਹਿ ਰਹੀ ਸੀ ਵੀ ਮੈਨੂੰ ਖਿਝ ਆਉਂਦੀ ਆ ਜਾਂ ਗੁੱਸਾ ਆਉਂਦਾ,
ਤੁਸੀਂ ਕਹਿ ਰਹੇ ਸੀਗੇ ਕਿ ਆਫਿਸ ਤੋਂ ਘੰਟਾ ਪਹਿਲਾਂ ਜਾ ਕੇ ਅਨੰਤ ਦੇ ਨਾਲ ਟਾਈਮ ਸਪੈਂਡ ਕਰਿਆ ਕਰੋ, ਹੈ ਨਾ। ਇਹ ਛੋਟੇ ਛੋਟੇ ਤਰੀਕੇ ਨੇਗੇ। ਜੇ ਤੁਸੀਂ ਆਪਣੇ ਸਾਈਕੋਲੋਜਿਸਟ ਖੁਦ ਬਣਨਾ ਤਾਂ, ਜੇ ਆਪਣਾ ਮੂਡ ਤੁਸੀਂ ਖੁਦ ਸਹੀ ਕਰਨਾ ਤਾਂ ਇਹ ਛੋਟੇ ਛੋਟੇ ਤਰੀਕੇ ਨੇ, ਹੈ ਨਾ। ਆਪਾਂ ਜਿਵੇਂ ਗੁਰਦੀ ਪਿਛਲੇ ਸਾਲ ਵੀ ਇੱਕ ਪ੍ਰੋਗਰਾਮ ਕੀਤਾ ਸੀ ਵੀ ਜਦੋਂ ਆਪਾਂ ਘਰ 'ਚ ਰੋਜ਼ ਇੱਕੋ ਜਿਹੀਆਂ ਚੀਜ਼ਾਂ ਦੇਖ ਦੇਖ ਕੇ ਬੋਰ ਹੋ ਜਾਂਦੇ ਹਾਂ ਨਾ, ਫਿਰ ਆਪਾਂ ਕੀ ਕਰਦੇ ਹੁੰਦੇ, ਕਈ ਵਾਰੀ ਚਾਦਰ ਨਵੀਂ ਵਿਛਾ ਲੈਂਦੇ ਹਾਂ, ਹੈ ਨਾ, ਜਾਂ ਕਈ ਵਾਰੀ ਕੋਈ ਮਤਲਬ ਚੀਜ਼ ਇੱਧਰ ਪਈ ਹੁੰਦੀ ਉਹਨੂੰ ਚੱਕ ਕੇ ਇੱਧਰ ਰੱਖ ਲੈਂਦੇ ਹਾਂ, ਤੇ ਉਹਦੇ ਨਾਲ ਤੁਸੀਂ ਮਤਲਬ ਜ਼ਿਆਦਾ ਟਾਈਮ ਨਹੀਂ ਤਾਂ 2-3 ਮਿੰਟ ਤਾਂ ਦੇਖਦੇ ਹੋ ਵੀ ਯਾਰ ਕੁਛ ਨਵਾਂ ਜਿਹਾ ਹੋਇਆ, ਵਧੀਆ ਲੱਗਦਾ। ਹਾਂ, ਤੇ ਮੈਨੂੰ ਲੱਗਦਾ ਮਨ ਨਾਲ ਵੀ ਐਂ ਹੀ ਕਰਨਾ ਹੁੰਦਾ ਆਪਾਂ ਨੇ। ਆਪਾਂ ਕਈ ਵਾਰੀ ਇੱਕੋ ਚੀਜ਼ ਨੂੰ ਇੰਨਾ ਜ਼ਿਆਦਾ ਸੋਚਣ ਲੱਗ ਜਾਂਦੇ ਕਿ ਤੁਹਾਨੂੰ ਸਾਰਾ ਕੁਝ ਹੀ ਓਨਾ ਬੁਰਾ ਲੱਗਣ ਲੱਗ ਜਾਂਦਾ। ਤੇ ਜੇ ਉਹਦੀ ਬਜਾਏ ਤੁਸੀਂ ਕੁਛ ਚੰਗਾ ਸੋਚ ਲਓ, ਕੋਈ ਚਾਹੇ ਤੁਹਾਡੇ ਨਾਲ ਪਾਸਟ 'ਚ ਹੀ ਵਾਪਰਿਆ ਹੋਇਆ ਕੁਛ ਵਧੀਆ ਹੈ, ਜਾਂ ਆਉਣ ਵਾਲੀ ਜ਼ਿੰਦਗੀ ਲਈ ਕੋਈ ਝੂਠਾ ਮੂਠਾ ਹੀ ਸੁਪਨਾ ਲੈ ਲਓ, ਹੈ ਨਾ। ਅੱਜ ਕੱਲ੍ਹ ਜਿਵੇਂ ਮੈਨੂੰ ਬਹੁਤ ਜਾਣੇ ਸਵਾਲ ਪੁੱਛਦੇ ਆ ਕਿ ਤੂੰ ਜ਼ਿੰਦਗੀ 'ਚ ਅੱਗੇ ਕੀ ਕਰਨਾ, ਤੇ ਮੈਂ ਹਰ ਇੱਕ ਨੂੰ ਕਹਿੰਦੀ ਮੈਂ ਕੰਡਾ ਘਾਟ ਇੱਕ ਕਰ ਲੈਣਾ। ਮੈਨੂੰ ਨਹੀਂ ਪਤਾ ਕਿ ਜ਼ਿੰਦਗੀ 'ਚ ਮੈਂ ਕਦੀ ਲਊਂਗੀ ਵੀ ਜਾਂ ਨਹੀਂ, ਹੈ ਨਾ, ਪਰ ਉਹ ਇੰਨਾ ਚੰਗਾ ਸੁਪਨਾ ਹੈ ਕਿ ਮੈਨੂੰ ਲੱਗਦਾ ਹੁੰਦਾ ਕਿ ਉਹਦੇ ਲਈ ਤੁਸੀਂ ਕੰਮ ਕਰੋ, ਹੈ ਨਾ। ਤੁਸੀਂ ਯੰਗ ਰਹੋ। ਮੈਂ ਅੱਜ ਕੱਲ੍ਹ ਮਤਲਬ ਥੋੜ੍ਹਾ ਤੁਰ ਵੀ ਰਹੀ ਹਾਂ, ਵਧੀਆ ਘੰਟਾ ਡੇਢ ਆਪਦੇ ਲਈ ਕੱਢ ਲੈਂਦੀ ਹਾਂ ਨਾ, ਤੇ ਉਹ ਛੋਟੀ ਛੋਟੀ ਚੀਜ਼ ਨਾ ਤੁਹਾਨੂੰ ਦੱਸਦੀ ਆ ਕਿ ਹਾਲੇ ਤੁਸੀਂ ਬਹੁਤ ਸਾਲ ਜਿਉਣਾ ਹੈ। ਤੇ ਜਦੋਂ ਤੁਹਾਨੂੰ ਇੱਛਾ ਹੋ ਜਾਂਦੀ ਹੈ ਕਿ ਬਹੁਤ ਸਾਲ ਜਿਉਣਾ, ਫਿਰ ਤੁਸੀਂ ਆਪਣੇ ਆਪ 'ਚ ਬਹੁਤ ਚੰਗਾ ਕਰਦੇ ਹੋ। ਇੱਕ ਦਿਨ ਮੈਂ ਤੁਹਾਨੂੰ ਸ਼ਾਇਦ ਹਾਸੇ 'ਚ ਇੱਕ ਗੱਲ ਦੱਸੀ ਸੀ ਕਿ ਮੈਨੂੰ ਨਾ ਸਿੱਧੂ ਦੇ ਗਾਣੇ ਇਸ ਲਈ ਵਧੀਆ ਲੱਗਦੇ ਆ ਕਿ ਜਦੋਂ ਤੁਸੀਂ ਸੈਰ ਕਰਦੇ ਹੋ ਨਾ, ਤੁਹਾਨੂੰ ਬਹੁਤ ਐਨਰਜੀ ਦਿੰਦੇ ਆ। ਤੁਹਾਡਾ ਦਿਲ ਨਹੀਂ ਕਰਦਾ ਕਿ ਤੁਸੀਂ ਬੈਠੋ, ਤੁਸੀਂ ਘੰਟਾ ਵੀ ਉਹਨੂੰ ਸੁਣੋਗੇ ਤਾਂ ਘੰਟਾ ਸੈਰ ਕਰ ਲਾਂਗੇ। ਤੇ ਫਿਰ ਮੈਂ ਤੁਹਾਨੂੰ ਹਾਸੇ 'ਚ ਕਿਹਾ ਸੀ। ਫਿਰ ਇੱਕ ਹੋਰ ਸਿੰਗਰ ਨੇ ਮੈਨੂੰ ਬਹੁਤ ਪਸੰਦ ਨੇ, ਜਦੋਂ ਮੈਂ ਉਹਨਾਂ ਨੂੰ ਸੁਣਨਾ ਸ਼ੁਰੂ ਕਰਦੀ, ਉਹ ਜਿਵੇਂ ਥੋੜ੍ਹੇ ਉਦਾਸ ਗਾਣੇ ਗਾਉਂਦੇ, ਫਿਰ ਮੇਰਾ ਜੀ ਕਰੂਗਾ ਬੈਠ ਜਾ, ਫਿਰ ਮੇਰਾ ਜੀ ਕਰੂ ਹੁਣ ਮੈਂ ਪੈ ਹੀ ਜਾਵਾਂ ਨਾ। ਤੇ ਉੱਥੇ ਮੈਨੂੰ ਲੱਗਦਾ ਤੁਹਾਡੀ ਚੁਆਇਸ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਜੇ ਮੈਨੂੰ ਜ਼ਿੰਦਗੀ 'ਚ ਐਨਰਜੀ ਚਾਹੀਦੀ ਆ, ਫਿਰ ਜ਼ਰੂਰੀ ਨਹੀਂ ਕਿ ਕੋਈ ਹਸਾਵੇ ਮੈਂ ਹੱਸੂੰ, ਹੈ ਨਾ, ਜਾਂ ਕੋਈ ਮੈਨੂੰ ਚੰਗਾ ਦੱਸੇਗਾ ਫਿਰ ਹੀ ਮੈਨੂੰ ਚੰਗਾ ਮਹਿਸੂਸ ਹੋਊਗਾ। ਫਿਰ ਤੁਹਾਨੂੰ ਆਪਣੇ ਆਪ ਨੂੰ ਪਤਾ ਲੱਗਣਾ ਚਾਹੀਦਾ ਕਿ ਮੈਂ ਆਪਣੇ ਮਨ ਨਾਲ ਹੁਣ ਕੀ ਤਜਰਬਾ ਕਰਨਾ ਕਿ ਇਹਨੂੰ ਚੰਗਾ ਲੱਗੇ, ਹੈ ਨਾ। ਜਿਵੇਂ ਕਈ ਲੋਕ ਹੁੰਦੇ ਨੇ ਵੀ ਜਿਨ੍ਹਾਂ ਨੂੰ ਆਪਾਂ ਜਦੋਂ ਮਰਜ਼ੀ ਮਿਲ ਲਈਏ ਆਪਾਂ ਨੂੰ ਮਿਲ ਕੇ ਵਧੀਆ ਮਹਿਸੂਸ ਹੁੰਦਾ, ਹੈ ਨਾ। ਮੈਨੂੰ ਲੱਗਦਾ ਕਿ ਆਪਾਂ ਨੂੰ ਸਭ ਨੂੰ ਹੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਸਾਨੂੰ ਮਿਲੇ ਤਾਂ ਹਰ ਇੱਕ ਨੂੰ ਮਿਲ ਕੇ ਚੰਗਾ ਮਹਿਸੂਸ ਹੋਵੇ। ਇਹ ਨਹੀਂ ਕਿ ਆਪਾਂ ਨੂੰ ਅਗਲਾ ਇਹ ਕਵੇ ਵੀ ਉਹ ਬਹੁਤ ਚੰਗੀ ਆ, ਉਹ ਬਹੁਤ ਚੰਗਾ ਆ, ਹੈ ਨਾ, ਜਾਂ ਤਾਂ ਬਹੁਤ ਹੀ ਵਧੀਆ ਇਨਸਾਨ ਹੈ। ਇਹ ਨਹੀਂ ਕਿ ਤੁਸੀਂ ਇੱਕ ਬੰਦੇ ਨੂੰ, ਜਿਵੇਂ ਰਾਜਪ੍ਰਭਾ ਜੀ ਕਹਿੰਦੇ ਕਿ ਤਰੰਗਾਂ ਵਧੀਆ ਹੋਣੀਆਂ ਚਾਹੀਦੀਆਂ ਨੇ ਤੁਹਾਡੀਆਂ, ਹੈ ਨਾ। ਤਾਂ ਉਹਦੇ ਲਈ ਜ਼ਰੂਰੀ ਹੈ ਵੀ ਛੋਟੀ ਛੋਟੀ ਪ੍ਰੈਕਟਿਸ, ਇਹ ਵੀ ਜ਼ਿੰਦਗੀ 'ਚ ਪ੍ਰੈਕਟਿਸ ਦਾ ਹਿੱਸਾ ਆ। ਮਤਲਬ ਕਿ ਇੱਕ ਪ੍ਰੈਕਟਿਸ ਹੀ ਆ ਜ਼ਿੰਦਗੀ ਦੀ ਕਿ ਤੁਸੀਂ ਆਪਣੇ ਆਪ ਨੂੰ ਉੱਦਾਂ ਦੀ ਸ਼ਖਸੀਅਤ ਕਿਵੇਂ ਬਣਾਉਣਾ ਹੈ ਕਿ ਤੁਹਾਡੇ ਕੋਲ ਬੈਠੇ, ਤੁਹਾਡੇ ਆਲੇ ਦੁਆਲੇ ਬੈਠੇ ਲੋਕਾਂ ਨੂੰ ਤੁਹਾਡੀ ਕੰਪਨੀ 'ਚ ਬੈਠ ਕੇ ਚੰਗਾ ਲੱਗੇ, ਹੈ ਨਾ, ਕਿ ਤੁਸੀਂ ਇੱਕ ਵਧੀਆ ਤਰੰਗਾ ਲੋਕਾਂ ਨੂੰ ਦਵੋ, ਹੈ ਨਾ। ਕਿਸੇ ਦਾ ਆਪਾਂ ਜ਼ਿੰਦਗੀ 'ਚ ਕੁਛ ਸਵਾਰ ਸਕਦੇ ਹਾਂ, ਨਹੀਂ ਸਕਦੇ, ਹੈ ਨਾ, ਇਹ ਇੱਕ ਪਾਸੇ ਦੀ ਗੱਲ ਆ। ਪਰ ਤੁਸੀਂ ਜ਼ਿੰਦਗੀ 'ਚ ਕਿਸੇ ਨੂੰ ਚੰਗਾ ਮਹਿਸੂਸ ਕਰਾ ਦਿਓ ਜਾਂ ਕਿਸੇ ਨੂੰ ਤੁਹਾਡੇ ਨਾਲ ਬਹਿ ਕੇ ਚੰਗਾ ਮਹਿਸੂਸ ਹੋ ਜਾਵੇ, ਹੈ ਨਾ, ਤੇ ਬਹੁਤ ਵੱਡੀ ਗੱਲ ਹੁੰਦੀ ਆ। ਵੀ ਇਹ ਤਰੰਗਾਂ ਜਾਂ ਵਾਈਬਸ ਤੁਹਾਡੀ ਕੰਪਨੀ ਕਿੰਨੀ ਮੈਟਰ ਕਰਦੀ ਆ। ਇੱਕ ਕੈਫੇ 'ਚ ਅਸੀਂ ਬੈਠੇ ਸੀਗੇ ਤਾਂ ਉੱਥੇ ਸੈਮੂਅਲ ਜੌਨ ਅਤੇ ਵੀਰ ਸਿੰਘ ਹੋਣੀ ਮਿਲੇ ਇੱਕ ਦੂਜੇ ਨੂੰ ਆਪਸ 'ਚ, ਹੈ ਨਾ। ਤਾਂ ਉਹਨਾਂ ਨੇ ਜੱਫੀ ਪਾਈ ਅਤੇ ਛੱਡਣ ਲੱਗੇ ਉਹਨਾਂ ਨੇ ਦੁਬਾਰਾ ਕੁੱਟ ਕੇ ਜੱਫੀ ਪਾਈ। ਤਾਂ ਉੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਇਹ ਇੱਕ ਦੂਜੇ ਦੀਆਂ ਵਾਈਬਸ ਲੈਣਾ ਚਾਹੁੰਦੇ ਨੇਗੇ ਇਸ ਟਾਈਮ 'ਤੇ, ਹੈ ਨਾ। ਖਾਸ ਤੌਰ 'ਤੇ ਜਿਹੜੇ ਜਿਵੇਂ ਸੈਮੂਅਲ ਜੌਨ ਭਾਜੀ ਨੇ ਬਹੁਤ ਜ਼ਹੀਨ ਇਨਸਾਨ ਨੇਗੇ, ਤਾਂ ਉਹ ਮਤਲਬ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਹੀ ਅਲੱਗ ਆ। ਉਹਨਾਂ ਦੇ ਕੋਲ ਜਦੋਂ ਤੁਸੀਂ ਬਹਿੰਦੇ ਹੋ ਤੁਸੀਂ ਅਲੱਗ ਤਰੀਕੇ ਨਾਲ ਹੀ ਸੋਚਣ ਲੱਗ ਜਾਂਦੇ ਹੋ, ਹੈ ਨਾ। ਅਤੇ ਉਹ ਜਿਵੇਂ ਕਹਿੰਦੇ ਹੁੰਦੇ ਨੇ ਵੀ ਮੈਂ ਇਨਸਾਨ ਨੂੰ ਜੱਜ ਨਹੀਂ ਕਰਦਾ, ਮੈਂ ਸਿਰਫ ਇਨਸਾਨ ਨੂੰ ਮਹਿਸੂਸ ਕਰਦਾ ਹਾਂ, ਹੈ ਨਾ। ਤਾਂ ਜਿਵੇਂ ਤੁਹਾਡੀਆਂ ਵਾਈਬਸ ਨੇ, ਤੁਹਾਡਾ ਔਰਾ, ਤੁਹਾਡੀ ਪਰਸਨੈਲਿਟੀ ਦਾ, ਤੁਸੀਂ ਸਾਰੀ ਦਿਹਾੜੀ ਅੰਦਰੋਂ ਰੋਂਦੇ ਰਹੋਗੇ ਕਿ ਨਾ, ਤੁਹਾਡਾ ਆਲਾ ਦੁਆਲਾ ਵੀ ਉੱਦਾਂ ਦਾ ਹੀ ਬਣ ਜਾਂਦਾ ਹੈ। ਬਿਲਕੁਲ। ਇਸ ਲਈ ਤੁਸੀਂ ਅੰਦਰੋਂ ਖੁਸ਼ ਰਹੋ ਅਤੇ ਇਹਦੇ ਲਈ ਤੁਹਾਨੂੰ ਜ਼ਿੰਦਗੀ 'ਚ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਤੁਸੀਂ ਖੁਸ਼ ਹੋਵੋਗੇ, ਤੁਹਾਡਾ ਆਲਾ ਦੁਆਲਾ ਖਿੜਿਆ ਰਹੂਗਾ ਅਤੇ ਉਸ ਜਿੰਨੇ ਏਰੀਏ 'ਚ ਲੋਕ ਹੋਣਗੇ ਤਾਂ ਉਹਨਾਂ 'ਤੇ ਵੀ ਉਹ ਚੀਜ਼ਾਂ ਦਾ ਅਸਰ ਹੁੰਦਾ ਆ। ਜਿਵੇਂ ਆਪਾਂ ਘਰ 'ਚ ਵੀ ਕਹਿ ਦਿੰਦੇ ਹਾਂ ਨਾ ਵੀ ਕਈ ਵਾਰੀ ਕਿਸੇ ਇੱਕ ਪਰਸਨ ਦੀਆਂ ਵਾਈਬਸ ਜਿਹੜੀਆਂ ਬੜੀਆਂ ਨੈਗੇਟਿਵ ਹੁੰਦੀਆਂ ਨੇ, ਆਪਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਹੈਗੇ, ਪਰ ਇਹ ਸੱਚੀ ਹੁੰਦੀਆਂ ਨੇ। ਮੇਰੇ ਤਾਂ ਮੱਥੇ 'ਤੇ ਵੱਜਦਾ ਆ ਕੇ, ਹੈ ਨਾ, ਜਦੋਂ ਮੈਨੂੰ ਕੁਛ ਨੈਗੇਟਿਵ ਫੀਲ ਹੁੰਦਾ ਨਾ, ਫਿਰ ਮੇਰਾ ਅੰਦਰੋਂ ਸਿਸਟਮ ਹੀ ਬਲੋਕ ਹੋ ਜਾਂਦਾ। ਫਿਰ ਮੈਨੂੰ ਮੇਰੀ ਕ੍ਰੀਏਟੀਵਿਟੀ, ਮੇਰਾ ਮੂਡ ਕਿੱਧਰ ਹੀ ਜਾਂਦਾ ਸਾਰਾ ਕੁਛ, ਹੈ ਨਾ, ਕਿਉਂਕਿ ਮੈਨੂੰ ਇੰਨੀਆਂ ਚੀਜ਼ਾਂ ਫੀਲ ਹੁੰਦੀਆਂ ਨੇ। ਇਸ ਲਈ ਹਮੇਸ਼ਾ ਚੰਗਾ ਸੋਚੋ ਆਪਦੇ ਲਈ ਚੰਗਾ ਹੀ ਸੋਚੋ। ਮੈਂ ਕਹਿੰਦੀ ਦੂਜੇ ਨਾਲੋਂ ਸੋਚਣ ਤੋਂ ਪਹਿਲਾਂ, ਦੂਜਿਆਂ ਲਈ ਸੋਚਣ ਤੋਂ ਪਹਿਲਾਂ ਆਪਣੇ ਲਈ ਚੰਗਾ ਸੋਚੋ। ਯਾਰ ਮੈਂ ਖੁਸ਼ ਹਾਂ, ਜੇ ਮੈਂ ਖੁਸ਼ ਨਹੀਂ ਹਾਂ ਤਾਂ ਆਪਣੇ ਆਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ। ਹਾਂ, ਜਿੱਥੇ ਕਿਤੇ ਤੁਸੀਂ ਲੋਅ ਮਹਿਸੂਸ ਕਰਦੇ ਹੋ, ਇਹ ਵੀ ਜ਼ਿੰਦਗੀ ਦਾ ਹਿੱਸਾ ਆ, ਤਾਂ ਤੁਹਾਨੂੰ ਉਹ ਵੀ ਚੀਜ਼ਾਂ ਐਕਸਪ੍ਰੈਸ ਕਰਨੀਆਂ ਚਾਹੀਦੀਆਂ ਨੇ।
ਪਰ ਜਾਣ ਬੁੱਝ ਕੇ ਆਪਣੀ ਪਰਸਨੈਲਿਟੀ ਨੂੰ ਇਦਾਂ ਨਾ ਬਣਾਓ ਵੀ ਸਾਰੇ ਵੀ ਤੁਹਾਡੇ ਤੇ ਤਰਸ ਹੀ ਕਰਦੇ ਰਹਿਣ, ਜਾਂ ਇਹ ਨਾ ਹੋਵੇ ਵੀ ਇੱਕ ਟਾਈਮ ਤੇ ਲੋਕੀ ਤੁਹਾਡੇ ਤੋਂ ਦੂਰ ਭੱਜਣਾ ਸ਼ੁਰੂ ਕਰ ਦੇਣ, ਹਨਾ। ਇਮੋਸ਼ਨ ਐਕਸਪ੍ਰੈਸ ਕਰਨਾ ਉਹ ਇੱਕ ਅਲੱਗ ਚੀਜ਼ ਆ, ਇਹਨੂੰ ਆਪਾਂ ਇਹਦੇ 'ਚ ਨਾ ਰਲਾਈਏ। ਪਰ ਮੈਂ ਕਹਿੰਦੀ ਹਾਂ ਕਿ ਥੋੜ੍ਹਾ ਜਿਹਾ ਆਪਣੇ ਆਪ ਨੂੰ ਚੜ੍ਹਦੀ ਕਲਾ 'ਚ ਰੱਖੀਏ। ਤੁਸੀਂ ਥੋੜ੍ਹਾ ਲੋ ਮਹਿਸੂਸ ਕਰ ਰਹੇ ਹੋ, ਜ਼ਿੰਦਗੀ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ ਨਾ। ਇੱਕ ਆਪਣੀ ਭੈਣ ਵੀ ਸੋਸ਼ਲ ਦੇ ਦਰਸ਼ਕ ਨੇ, ਉਹਨਾਂ ਨੇ ਇੱਕ ਦਿਨ ਜਦੋਂ ਮੈਸੇਜ ਕੀਤਾ, ਮੈਂ ਕੋਈ ਸਟੋਰੀ ਜਿਹੀ ਪਾਈ ਸੀ ਤਾਂ ਉਹਨਾਂ ਨੇ ਦੱਸਿਆ ਕਿ ਜ਼ਿੰਦਗੀ ਭੈਣੇ ਇੱਦਾਂ ਹੀ ਹੁੰਦੀ ਹੈ। ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਲਾਈਫ 'ਚ ਕਿੰਨਾ ਜ਼ਿਆਦਾ ਟਰਬਲ ਚੱਲ ਰਿਹਾ। ਉਹਨਾਂ ਦੀ ਮਦਰ ਨੂੰ ਬਿਮਾਰੀ ਆ ਅਤੇ ਇੱਕ ਪਾਸੇ ਉਹਨਾਂ ਦੀ ਭੈਣ ਦਾ ਵਿਆਹ ਰੱਖਿਆ ਹੋਇਆ, ਪਰ ਕਹਿੰਦੇ ਕੀ ਕਰ ਸਕਦੇ ਹਾਂ ਹੁਣ, ਹੈ ਨਾ। ਰੁਕ ਤਾਂ ਨਹੀਂ ਸਕਦੇ ਹੈਗੇ, ਜ਼ਿੰਦਗੀ 'ਚ ਚੱਲਣਾ ਪੈਣਾ। ਕਹਿੰਦੇ ਸਮਝ ਨਹੀਂ ਆ ਰਿਹਾ ਇਸ ਟਾਈਮ ਖੁਸ਼ ਹੋਈਏ ਜਾਂ ਉਦਾਸ ਹੋਈਏ, ਪਰ ਕਹਿੰਦੇ ਵੀ ਸੁਭਾਅ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ, ਹੈ ਨਾ। ਸੋ ਜ਼ਿੰਦਗੀ 'ਚ ਕਈ ਲੋਕ ਕਹਿ ਦਿੰਦੇ ਨੇ ਵੀ ਇੱਥੇ ਬਹਿ ਕੇ ਗੱਲ ਕਰਨੀ ਸੌਖੀ ਆ, ਹੈ ਨਾ। ਇਹ ਨਹੀਂ ਹੈਗਾ ਕਿ ਕਿਸੇ ਇਨਸਾਨ ਦੀ ਜ਼ਿੰਦਗੀ 'ਚ ਦੁੱਖ ਨਹੀਂ ਹੋਊਗਾ, ਤਕਲੀਫ ਨਹੀਂ ਹੋਊਗੀ, ਪਰ ਫਰਕ ਕਿੱਥੇ ਹੁੰਦਾ ਹੈ ਕਿ ਬੰਦਾ ਉਸ ਚੀਜ਼ ਨੂੰ ਲੈਂਦਾ ਕਿਹੜੇ ਤਰੀਕੇ ਨਾਲ, ਹੈ ਨਾ। ਉਹ ਜ਼ਿਆਦਾ ਮਾਇਨੇ ਰੱਖਦੀਆਂ ਨੇ। ਦੇਖੋ ਗੁਰਦੀਪ, ਆਪਾਂ ਮਤਲਬ ਇਸ ਚੀਜ਼ 'ਤੇ ਤਾਂ ਬਹੁਤ ਵਾਰ ਗੱਲ ਕੀਤੀ ਹੈ ਕਿ ਕੋਈ ਦੁਨੀਆ 'ਚ ਬੰਦਾ ਨਹੀਂ ਹੈਗਾ ਜਿਹਨੂੰ ਆਪਣੀ ਜ਼ਿੰਦਗੀ 'ਚ ਕਮੀ ਨਾ ਲੱਗਦੀ ਹੋਊਗੀ, ਹੈ ਨਾ। ਪਰ ਹੁਣ ਤੁਸੀਂ 24 ਘੰਟੇ ਨਹੀਂ ਨਾ ਕਮੀਆਂ ਦੇਖ ਸਕਦੇ। ਤੁਹਾਡੀ ਐਵੇਂ ਵੀ ਨਹੀਂ ਹੈਗਾ ਕਿ ਤੁਹਾਡੇ ਕੋਲ ਕੁਝ ਵਧੀਆ ਨਹੀਂ ਹੈਗਾ। ਜੇ ਹੁਣ ਆਪਾਂ ਚੰਗਾ ਪਾ ਸਕਦੇ ਹਾਂ, ਖਾ ਸਕਦੇ ਹਾਂ, ਚੰਗਾ ਕੰਮ ਕਰ ਰਹੇ ਹਾਂ, ਫਿਰ ਵੀ ਅਸੀਂ ਮੁਰਝਾਏ ਹਾਂ ਕਿ ਹਾਏ ਕੁਝ ਵੀ ਚੰਗਾ ਨਹੀਂ ਹੁੰਦਾ, ਫਿਰ ਮੈਨੂੰ ਲੱਗਦਾ ਕਦੇ ਉਸ ਤੋਂ ਵਧੀਆ ਹੋ ਵੀ ਨਹੀਂ ਸਕਦਾ, ਹੈ ਨਾ। ਆਪਾਂ ਕਹਿੰਦੇ ਵੀ ਫਿਰ ਤਾਂ ਤੁਹਾਨੂੰ ਰੱਬ ਵੀ ਨਹੀਂ ਰਜਾ ਸਕਦਾ। ਅਤੇ ਜੇ ਛੋਟੀਆਂ ਚੀਜ਼ਾਂ ਕਰਨ ਨਾਲ ਤੁਹਾਨੂੰ ਆਪ ਸਕੂਨ ਮਿਲਦਾ, ਆਪਦੇ ਲਈ ਕਰਨ ਨਾਲ, ਸਾਡੀਆਂ ਬਹੁਤੀਆਂ ਤਕਲੀਫਾਂ ਪਤਾ ਕੀ ਨੇ, ਅਸੀਂ ਦੂਜਿਆਂ ਵੱਲ ਬਹੁਤ ਝਾਕਦੇ ਹਾਂ, ਚਾਹੇ ਉਹ ਖੁਸ਼ ਹੋਣ ਲਈ, ਚਾਹੇ ਉਹ ਸਕੂਨ ਲਈ, ਚਾਹੇ ਉਹ ਪੈਸੇ ਟਕੇ ਲਈ ਵੀ, ਜਾਂ ਅਸੀਂ ਕਈ ਵਾਰੀ ਸਾਡੀ ਜ਼ਿੰਦਗੀ 'ਚ ਸਭ ਕੁਝ ਚੰਗਾ ਹੁੰਦਾ, ਕਿਸੇ ਦੀ ਜ਼ਿੰਦਗੀ 'ਚ ਬਹੁਤ ਚੰਗਾ ਹੁੰਦਾ, ਅਸੀਂ ਉਹਦੇ ਵੱਲ ਝਾਕ ਕੇ ਆਪਣਾ ਚੰਗਾ ਖਰਾਬ ਕਰੀ ਜਾਂਦੇ ਹਾਂ ਨਾ। ਆਪਣੀ ਜ਼ਿੰਦਗੀ ਕਿਸੇ ਨਾਲ ਨਹੀਂ ਮਿਲਦੀ ਅਤੇ ਨਾ ਉਹਨੂੰ ਮੈਨੂੰ ਲੱਗਦਾ ਮਿਲਾਉਣ ਦੀ ਕੋਸ਼ਿਸ਼ ਕਰੋ। ਜਿਵੇਂ ਕਿਸੇ ਨੇ ਕਿਹਾ ਸੀਗਾ, ਉਹ ਕਹਿੰਦੇ ਵੀ ਜਦੋਂ ਤੁਹਾਨੂੰ ਲੱਗੇ ਨਾ ਜ਼ਿੰਦਗੀ 'ਚ ਕੋਈ ਮੁਸ਼ਕਿਲ ਆ, ਕਹਿੰਦੇ ਕੋਈ ਬਹੁਤ ਵੱਡੀ ਨਹੀਂ ਹੁੰਦੀ, ਛੋਟੀਆਂ ਹੀ ਹੁੰਦੀਆਂ ਨੇ। ਕਹਿੰਦੇ ਤੁਸੀਂ ਸੋਚੋ ਕਿ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤਾਂ ਨਹੀਂ ਤੁਹਾਡੀਆਂ ਮੁਸ਼ਕਿਲਾਂ ਵੱਡੀਆਂ ਹਨ, ਉਹਨਾਂ ਨੇ ਸਾਰਾ ਪਰਿਵਾਰ ਵਾਰਤਾ। ਅਤੇ ਅਸੀਂ ਛੋਟੀਆਂ ਟੈਨਸ਼ਨਾਂ ਨੂੰ ਹੀ ਜ਼ਿੰਦਗੀ 'ਚ ਐਂ ਕਹਿੰਦੇ ਹਾਂ ਕਿ ਮੈਂ ਹੀ ਸਭ ਤੋਂ ਦੁਖੀ ਹਾਂ, ਹੋਰ ਤਾਂ ਸਾਰੇ ਖੁਸ਼ ਫਿਰਦੇ ਨੇ। ਅਤੇ ਇਹ ਚੀਜ਼ਾਂ ਹੁੰਦੀਆਂ ਨਹੀਂ। ਹਾਂ, ਜੇ ਕੋਈ ਮਤਲਬ ਬੰਦਾ ਹਮੇਸ਼ਾ ਹੱਸਦਾ ਵਧੀਆ ਰਹਿੰਦਾ, ਇਹਦਾ ਮਤਲਬ ਇਹ ਵੀ ਨਹੀਂ ਵੀ ਉਹ 24 ਘੰਟੇ ਉਹਨੂੰ ਕੋਈ ਹਮੇਸ਼ਾ ਫੁੱਲਾਂ ਦੇ ਗੁਲਦਸਤੇ ਹੀ ਦਿੰਦਾ ਰਿਹਾ, ਹੈ ਨਾ। ਹੋ ਸਕਦਾ ਉਹਦਾ ਐਟੀਟਿਊਡ ਹੀ ਇੱਦਾਂ ਦਾ ਕਿ ਉਹਨੇ ਛੋਟੀਆਂ ਸਮੱਸਿਆਵਾਂ ਨੂੰ ਹਮੇਸ਼ਾ ਜ਼ਿੰਦਗੀ 'ਚ ਨਜ਼ਰਅੰਦਾਜ਼ ਕੀਤਾ ਹੋਵੇ। ਅਤੇ ਦੂਜੀ ਚੀਜ਼ ਹੈ ਕਿ ਆਪਾਂ ਕਹਿੰਦੇ ਹੁੰਦੇ ਨਾ ਦੁੱਖ ਵੰਡਣ ਨਾਲ ਮਤਲਬ ਘਟਦਾ। ਮੈਨੂੰ ਤਾਂ ਲੱਗਦਾ ਦੁੱਖ ਵੰਡਣਾ ਹੀ ਨਹੀਂ ਚਾਹੀਦਾ ਕਿਸੇ ਨਾਲ, ਹੈ ਨਾ। ਉਹ ਸਗੋਂ ਤੁਹਾਡਾ ਹੋਰ ਵਧਾ ਦਿੰਦਾ। ਜਦੋਂ ਤੁਸੀਂ ਆਪਣੇ ਕਿਸੇ ਦੁੱਖ ਦੀ ਗੱਲ ਕਿਸੇ ਨਾਲ ਕਰਦੇ ਹੋ, ਫਿਰ ਉਹ ਤੁਹਾਨੂੰ ਉਸ ਵਕਤ ਦੀ ਆਪਣੀ ਤਕਲੀਫ ਦੱਸਦਾ। ਅਤੇ ਉਸ ਤੋਂ ਵਧੀਆ ਕਿ ਆਪਣੇ ਮਨ ਨੂੰ ਆਪ ਹੀ ਸਮਝ ਕੇ ਨਾ ਤੁਸੀਂ ਉਹਦਾ ਇਲਾਜ ਕਰਨਾ ਸ਼ੁਰੂ ਕਰੋ। ਬਿਲਕੁਲ। ਅਤੇ ਨਹੀਂ ਤਾਂ ਜਿਵੇਂ ਉਦਣ ਸਰ ਨੇ ਕਿਹਾ ਸੀ, ਕਹਿੰਦੇ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ 'ਚੋਂ ਤੁਹਾਡੀਆਂ ਅਗਲੀਆਂ ਪੀੜ੍ਹੀਆਂ 'ਚ ਜਾਂਦੀਆਂ ਨੇ। ਨਹੀਂ ਫਿਰ ਇਹ ਅਸੀਂ ਢਹਿੰਦੀ ਕਲਾ ਜੀ, ਇਹ ਸਾਰੇ ਬੁੱਢੇ ਮੁਰਝਾਏ ਸਰੀਰ, ਅਸੀਂ ਸਭ ਕੁਝ ਅੱਗੇ ਵੰਡ ਜਾਵਾਂਗੇ। ਜਿਵੇਂ ਇੱਕ ਦਿਨ ਨਾ ਪਿਛਲੇ ਚੈਨਲ 'ਚ ਮੈਂ ਸੀਗੀ, ਤਾਂ ਅਸੀਂ ਕਿਸੇ ਦੇ ਘਰੇ ਸ਼ੂਟ ਕਰਨ ਗਏ, ਤਾਂ ਮੈਨੂੰ ਵੀ ਬਹੁਤ ਫੀਲ ਹੋਈ ਉਹ ਚੀਜ਼। ਤਾਂ ਉੱਥੇ ਬਾਬਾ ਜੀ ਸੀਗੇ, ਉਹ ਕਹਿੰਦੇ ਰਾਜਪੁਰਾ ਭਾਜੀ ਦਾ ਹੀ ਕੋਈ ਪ੍ਰੋਗਰਾਮ ਸੀਗਾ, ਅਤੇ ਮੈਂ ਵੀ ਉਹਨਾਂ ਦੇ ਨਾਲ ਗਈ ਸੀਗੀ। ਉਹ ਕਹਿੰਦੇ ਅੱਜ ਕੱਲ੍ਹ ਕੁੜੀਆਂ ਦੇ ਚਿਹਰਿਆਂ 'ਤੇ ਭੋਰਾ ਨੂਰ ਨਹੀਂ, ਕਹਿੰਦੇ ਹੁਣ ਆਹ ਕੁੜੀ ਦੇਖ ਲਓ, ਕਹਿੰਦੇ ਇਹਦਾ ਵੀ ਮੂੰਹ ਸੁੱਕਿਆ ਪਿਆ। ਮੈਨੂੰ ਮਹਿਸੂਸ ਹੋਈ ਉਹ ਚੀਜ਼ ਵੀ ਵਾਕਈ ਜਿਵੇਂ 10 ਸਾਲ ਪਹਿਲਾਂ ਚਿਹਰਾ ਸਾਡਾ ਦਿਸਦਾ ਸੀ, ਇਹ ਨਹੀਂ ਵੀ ਉਮਰ ਦੇ ਹਿਸਾਬ ਨਾਲ ਕੋਈ ਫਰਕ ਪੈ ਗਿਆ, ਨਹੀਂ, ਪਰ ਬਿਨਾਂ ਗਲਾਲੀ ਲਾਏ ਸਾਡੀਆਂ ਗੱਲਾਂ ਹੀ ਨਹੀਂ ਖਿੜਦੀਆਂ ਹੈਗੀਆਂ। ਸਹੀ ਗੱਲ ਹੈ। ਜਿਵੇਂ ਥੋੜ੍ਹੇ ਟਾਈਮ ਪਹਿਲਾਂ ਮੈਂ ਕਿਸੇ ਨਾਲ ਗੱਲ ਕਰ ਰਹੀ ਸੀ ਵੀ ਮੈਨੂੰ ਐਂ ਲੱਗਦਾ ਕਿ ਮੇਰੇ ਪਹਿਲਾਂ ਵਾਲੇ ਪ੍ਰੋਗਰਾਮ ਜ਼ਿਆਦਾ ਐਨਰਜੈਟਿਕ ਹੁੰਦੇ ਸੀਗੇ। ਉਹ ਕਹਿੰਦੇ ਨਹੀਂ, ਅਸਲ 'ਚ ਉਹਨਾਂ 'ਚ ਤੁਹਾਡਾ ਚਿਹਰਾ ਜ਼ਿਆਦਾ ਖਿੜਿਆ ਹੁੰਦਾ ਸੀ, ਅਤੇ ਮੈਨੂੰ ਇਹੀ ਗੱਲ ਮਹਿਸੂਸ ਹੋ ਰਹੀ ਸੀਗੀ। ਅਤੇ ਹੁਣ ਇਹਦਾ ਪਤਾ ਨਹੀਂ ਵੀ ਕੀ ਰੀਜ਼ਨ ਆ, ਕੀ ਨਹੀਂ ਹੈਗਾ, ਜਾਂ ਸ਼ਾਇਦ ਆਪਾਂ ਓਵਰ ਸਟਰੈਸ, ਓਵਰ ਚੀਜ਼ਾਂ ਮਤਲਬ ਸੋਚੀ ਜਾਂਦੇ ਹਾਂ, ਹੈ ਨਾ, ਉਹਨਾਂ ਕਰਕੇ ਆ, ਜਾਂ ਕਈ ਵਾਰ ਨਿੱਕੀ ਜਿਹੀ ਚੀਜ਼ ਨੂੰ ਵੀ ਤੁਸੀਂ ਬਹੁਤ ਹਾਵੀ ਕਰ ਲੈਂਦੇ ਹੋ, ਉਹਦੇ ਕਰਕੇ ਆ। ਜਿਵੇਂ ਹੁਣ ਸਾਡੇ ਮੰਮੀ ਹੁਣੀ, ਆਪਣੇ ਮੰਮੀ ਹੁਣੀ ਜਦੋਂ ਕਿਤੇ ਵਿਆਹ ਸ਼ਾਦੀ 'ਤੇ ਜਾਂਦੇ ਨੇ, ਉਹਨਾਂ ਦੇ ਕੁਛ ਨਹੀਂ ਲਾਇਆ ਪਾਇਆ ਹੁੰਦਾ, ਸਿੰਪਲ ਸੂਟ ਪਾ ਕੇ ਵੀ ਆਪਣੇ ਨਾਲੋਂ ਜ਼ਿਆਦਾ ਸੋਹਣੀਆਂ ਲੱਗਦੀਆਂ ਹੁੰਦੀਆਂ ਨੇ, ਬਿਲਕੁਲ, ਹੈ ਨਾ। ਪਤਾ ਨਹੀਂ ਕਿਉਂ ਵੀ ਉਹਨਾਂ ਦੇ ਮੂੰਹ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਵਿਆਹ ਚੱਲੇ, ਆਪੇ ਗੱਲਾਂ ਗੁਲਾਬੀ ਹੋ ਜਾਂਦੀਆਂ ਨੇ, ਹੈ ਨਾ। ਅਤੇ ਆਪਾਂ ਨੂੰ ਵੀ ਜੇ ਕਿਤੇ ਮੇਕਅਪ ਤੋਂ ਬਿਨਾਂ ਕਿਤੇ ਆਪਾਂ ਚਲੇ ਜਾਈਏ, ਤਾਂ ਆਪਾਂ ਨੂੰ ਆਪਣਾ ਹੀ ਚਿਹਰਾ ਕਈ ਵਾਰ ਵਧੀਆ ਨਹੀਂ ਲੱਗਦਾ ਹੈਗਾ। ਹਾਲਾਂਕਿ ਆਪਾਂ ਚਲੋ ਓਨਾ ਮੇਕਅਪ ਨਹੀਂ ਕਰਦੇ, ਪਰ ਮੈਂ ਯੂਨੀਵਰਸਲ ਗੱਲ ਕਰ ਰਹੀ ਹਾਂ ਵੀ ਚਿਹਰਾ ਵੀ ਉਦੋਂ ਹੀ ਖਿੜਦਾ ਜਦੋਂ ਤੁਹਾਡਾ ਮਨ ਖਿੜਿਆ ਹੋਇਆ। ਸਹੀ ਗੱਲ ਹੈ ਨਾ। ਅਤੇ ਤੁਹਾਡਾ ਚਿਹਰਾ ਖਿੜਿਆ ਹੋਇਆ ਦੇਖਣਾ ਸਾਰਿਆਂ ਨੂੰ ਚੰਗਾ ਲੱਗਦਾ। ਇੱਕ ਗੁਰਦੀਪ ਮੈਨੂੰ ਲੱਗਦਾ ਕਿ ਇਹ ਭਰਮ ਹੋ ਜਾਂਦਾ ਜਦੋਂ ਆਪਾਂ ਨੂੰ 4 ਕੁ ਲੋਕ ਜਾਣਨ ਲੱਗ ਜਾਂਦੇ ਆ ਨਾ, ਆਪਾਂ ਬਹੁਤੇ ਸਿਆਣੇ ਬਣਨ ਲੱਗ ਜਾਂਦੇ ਹਾਂ। ਸਾਨੂੰ ਲੱਗਦਾ ਹੁੰਦਾ ਕਿ ਯਾਰ ਪਤਾ ਨਹੀਂ ਇਹਨਾਂ ਨੇ ਸਾਡੇ ਤੋਂ ਹੀ ਸਿੱਖਿਆ ਲੈਣੀ ਆ, ਜਦ ਕਿ ਕੋਈ ਕਿਸੇ ਤੋਂ ਕੁਛ ਨਹੀਂ ਸਿੱਖਦਾ ਅੱਜ ਦੇ ਜ਼ਮਾਨੇ 'ਚ, ਹੈ ਨਾ।
ਤੇ ਉਸ ਚੱਕਰ 'ਚ ਅਸੀਂ ਬਹੁਤੇ ਸਿਆਣੇ ਬਣ ਕੇ ਵੀ ਕਈ ਵਾਰ ਆਪਣੀ ਜ਼ਿੰਦਗੀ ਦਾ ਲੁਤਫ ਗਵਾ ਲੈਂਦੇ ਹਾਂ ਹਨਾ। ਜਿਵੇਂ ਇਹ ਸੱਚ ਹੈ ਕਿ ਦੇਖੋ ਆਪਾਂ ਇੱਕ ਵਿਆਹ ਤੇ ਗਏ ਸੀਗੇ, ਆਪਾਂ ਨੂੰ ਉੱਥੇ ਕਿੰਨੇ ਲੋਕ ਮਿਲੇ ਸੀ ਤੇ ਆਪਾਂ ਉੱਥੇ ਰੋਟੀ ਨਹੀਂ ਸੀ ਖਾਧੀ ਹਨਾ, ਮਤਲਬ ਚੱਜ ਨਾਲ ਨਹੀਂ ਸੀ ਖਾਧੀ ਅਨਮੋਲ ਦੇ ਵਿਆਹ ਤੇ ਆਪਾਂ ਨੂੰ ਲੱਗਦਾ ਸੀ ਕਿ ਹਾਏ ਸਾਰੇ ਆਲੇ ਦੁਆਲੇ ਦੇਖ ਰਹੇ ਨੇ ਸਾਨੂੰ, ਮੈਂ ਤਾਂ ਨਹੀਂ ਸੋਚਿਆ ਸੀ ਸੱਚੀ। ਪਰ ਮੈਨੂੰ ਇਹ ਚੀਜ਼ ਹੁੰਦੀ ਆ ਕਿ ਮਤਲਬ ਲੋਕ ਕਹਿਣਗੇ ਵੀ ਇਹ ਤਾਂ ਬਹੁਤ ਸਿਆਣੀਆਂ ਗੱਲਾਂ ਕਰਦੇ ਨੇ, ਇਹ ਏਦਾਂ ਕਿਉਂ ਨੇ। ਪਹਿਲਾਂ ਤਾਂ ਬਹੁਤੇ ਸੌਰੀ ਮੈਂ ਤੁਹਾਨੂੰ ਵਿੱਚ ਟੋਕਿਆ, ਮੈਂ ਤਾਂ ਸੱਚੀ ਕਿਸੇ ਵੀ ਜਗ੍ਹਾ ਜਾਂਦੀ ਹਾਂ ਮੇਰੇ ਦਿਮਾਗ 'ਚ ਮੈਂ ਰੱਖ ਕੇ ਹੀ ਨਹੀਂ ਜਾਂਦੀ ਵੀ ਇੱਥੇ ਮੈਨੂੰ ਕੋਈ ਜਾਣਦਾ ਹੋ ਸਕਦਾ। ਮੈਨੂੰ ਐਂ ਹੁੰਦਾ ਵਾ ਵੀ ਫਿਰ ਇਦਾਂ ਤਾਂ ਮਤਲਬ ਜ਼ਿੰਦਗੀ ਜਿਉਣੀ ਔਖੀ ਹੋ ਜੂਗੀ। ਤੇ ਲੋਕਾਂ ਨੂੰ ਵੀ ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਮਤਲਬ ਜਿਹਨੂੰ ਤੁਸੀਂ ਜਾਣਦੇ ਹੋ ਹਨਾ, ਜੇ ਤੁਸੀਂ ਉਹਨੂੰ ਪਸੰਦ ਵੀ ਕਰਦੇ ਹੋ ਤਾਂ ਉਹਦੇ ਚੋਂ ਫਿਰ ਤੁਸੀਂ ਐਂ ਲੱਭੋ ਕਿ ਉੱਥੇ ਤਾਂ ਹੀ ਐਵੇਂ ਰਹਿੰਦਾ, ਇੱਥੇ ਹੀ ਐਵੇਂ ਕਿਉਂ ਹਨਾ, ਇਵੇਂ ਜੱਜ ਕਰਨਾ ਤੁਹਾਨੂੰ ਛੱਡ ਦੇਣਾ ਚਾਹੀਦਾ। ਤੇ ਬਹੁਤੇ ਲੋਕਾਂ ਨੂੰ ਅਸੀਂ ਇਸੇ ਲਈ ਬੰਨ ਲੈਂਦੇ ਹਾਂ, ਮਤਲਬ ਬਹੁਤ ਸਾਰੇ ਲੋਕ ਨੇ ਜਿਹੜੇ ਪਬਲਿਕਲੀ ਵਿਚਾਰੇ ਖੁੱਲ ਕੇ ਹੱਸਦੇ ਵੀ ਨਹੀਂ ਹੈਗੇ। ਪਿੱਛੇ ਜੇ ਆਪਣੇ ਪੰਜਾਬੀ ਚੈਨਲ ਦੇ 2 ਐਂਕਰ ਸੀਗੇ ਤੇ ਉਹ ਕਿਸੇ ਪਾਰਟੀ ਤੇ ਨੱਚ ਰਹੇ ਹੋਣੇ ਨੇ ਤੇ ਉਹਨਾਂ ਨੇ ਉਹੀ ਵੀਡੀਓ ਬਣਾ ਕੇ ਉਹਨਾਂ ਦੀ ਵਾਇਰਲ ਕੀਤੀ। ਉੱਥੇ ਤਾਂ ਬੜੇ ਸਿਆਣੇ ਬਣ ਕੇ ਬੰਦੇ, ਇੱਥੇ ਦੇਖੋ ਭੰਗੜੇ ਪੈ। ਸਹੀ ਗੱਲ ਹੈ, ਬੰਦਾ ਨੱਚ ਟੱਪ ਵੀ ਨਹੀਂ ਸਕਦਾ ਹੈਗਾ। ਤੇ ਉਸ ਚੀਜ਼ ਨੇ ਮੈਨੂੰ ਲੱਗਦਾ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਚੋਂ ਬਹੁਤ ਕੁਝ ਖੋਲਿਆ ਹਨਾ। ਜਦੋਂ ਆਪਾਂ ਨੂੰ ਲੱਗਣ ਲੱਗ ਜਾਂਦਾ ਕਿ ਸਾਰੇ ਮੈਨੂੰ ਚੰਗਾ ਕਹਿਣ, ਜੋ ਕਿਸੇ ਨੂੰ ਮੇਰੇ 'ਚ ਕੋਈ ਕਮੀ ਨਾ ਲੱਭੇ, ਜਾਂ ਕੋਈ ਮੇਰੇ ਬਾਰੇ ਕੁਛ ਏਦਾਂ ਨਾ ਸੋਚੇ ਜੋ ਮੈਂ ਨਹੀਂ ਹੈਗਾ। ਤੇ ਕਈ ਲੋਕ ਦੇਖ ਲਓ ਇਹੋ ਜਿਹੇ ਵੀ ਹੁੰਦੇ ਆ ਵੀ ਜਿਹੜੇ ਮੁਰਦਿਆਂ ਨੂੰ ਵੀ ਖੜਾ ਕਰ ਦਿੰਦੇ ਆ ਹਨਾ। ਆਪਾਂ ਕਹਿੰਦੇ ਨਾ ਉਹਦੀਆਂ ਗੱਲਾਂ ਇਹੋ ਜਿਹੀਆਂ ਨੇ, ਉਹਨੇ ਮਰਦੇ 'ਚ ਵੀ ਜਾਨ ਪਾਤੀ। ਸਹੀ ਗੱਲ ਆ। ਤੇ ਸੱਚੀ ਇਹੋ ਜਿਹੀਆਂ ਹੀ ਕਰਨੀਆਂ ਚਾਹੀਦੀਆਂ ਨੇ। ਬਾਕੀ ਐ ਕਿ ਇਹ ਧਰਤੀ, ਇਹ ਘਰ, ਇਹ ਸਾਰੇ ਇੱਥੇ ਕਿਤੇ ਆਪਾਂ ਕਿਰਾਏਦਾਰ ਹੀ ਆ, ਕਿਸੇ ਨੇ ਨਾਲ ਨਹੀਂ ਲੈ ਕੇ ਜਾਣੇ, ਪਰ ਫਿਰ ਵੀ ਅਸੀਂ 24 ਘੰਟੇ ਇਹੀ ਚੀਜ਼ਾਂ ਬਾਰੇ ਸੋਚਦੇ ਹਾਂ ਨਾ। ਸਹੀ ਗੱਲ ਆ, ਬਿਲਕੁਲ। ਸੋ ਅੱਜ ਦੇ ਪ੍ਰੋਗਰਾਮ ਗੱਲ ਤੇ ਗੱਲ 'ਚ ਇੰਨਾ ਹੀ। ਮੈਨੂੰ ਗੁਰਦੀਪ ਨੂੰ, ਭੈਣ ਰੁਪਿੰਦਰ ਨੂੰ ਦੇ ਦਿਓ ਇਜਾਜ਼ਤ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।